ਬਰਾਬਰ ਦੀ ਗੱਲ ਤਾਂ ਹੁੰਦੀ ਹੈ ਜੇ ਤੁਸੀਂ ਕੁਝ ਵੰਡਦੇ ਹੋ। ਵੰਡਿਆ ਕੁਛ ਹੈ ਨਹੀਂ, ATM ਇਹਨੂੰ ਨਹੀਂ ਚਲਾਉਣਾ ਆਉਂਦਾ, ਪੈਸੇ ਇਹਨੂੰ ਨਹੀਂ ਪਤਾ ਇਹਦੇ ਪੇ ਕਿੰਨੇ ਖਾਤੇ 'ਚ ਹੈ ਨਾ ਇਹਨੂੰ ਕਿਸੇ ਨੂੰ ਦਿੱਤੇ ਨਾ ਲੱਤੇ ਕਦੇ ਹੈ ਨਾ ਇਹਦਾ ਬੈਂਕ ਅਕਾਊਂਟ ਇਹਨੂੰ ਪਤਾ ਹੈਗਾ, ਨਾ ਇਹਨੂੰ ਕੋਈ ਫਾਰਮ ਭਰਨਾ ਆਉਂਦਾ। ਮੈਨੂੰ ਮਤਲਬ ਅੱਜ ਨਾ ਪਛਤਾਵਾ ਨਹੀਂ, ਮੈਨੂੰ ਹਾਸਾ ਆ ਰਿਹਾ ਵੀ ਅਸੀਂ ਮੈਮ ਤਾਂ ਕਾਲਜ 'ਚ ਐਵੇਂ ਡਰਦੇ ਰਹੇ ਤਾਂ ਭੋਲੀ ਬਹੁਤ ਨੇ। ਦੇਖੋ ਸਰ ਨੇ 2 ਵਾਰ ਤੁਹਾਡੇ ਪਰਦੇ ਫਰੋਲਤੇ, ਹੁਣ ਅਗਲੀ ਵਾਰੀ ਤਾਂ ਚੰਗੀ ਗੱਲ ਨਹੀਂ। ਇਹ 2:15 ਵਜੇ ਫ੍ਰੀ ਹੁੰਦੇ, ਮੈਂ 2:15 ਫ੍ਰੀ ਹੁੰਦੀ ਸੀ, 15 ਮਿੰਟ 'ਚ ਮੇਰੇ ਕੋਲ ਆ ਗਏ। ਤੂੰ ਇਹ ਵੀ ਤਾਂ ਦੇਖਣ ਨਾ ਕਿੰਨਾ ਪੋਜ਼ਿਟਿਵ ਰਿਹਾ ਕਿ ਬਾਈਂਡਿੰਗ ਕਿੰਨੀ ਰਹੀ ਇਹਨਾਂ ਦੇ, ਇੱਧਰ ਉੱਧਰ ਨਹੀਂ ਗਏ। ਜਿਹੜੀਆਂ ਗੈਦਰਿੰਗਸ ਨੇ ਨਾ ਉਹਦੇ 'ਚੋਂ ਜੇ ਕੁੱਲ ਮਿਲਾ ਕੇ ਦੇਖੀਏ ਉਹ 'ਚ 10% ਤੁਹਾਡੇ ਨੀਅਰ ਡੀਅਰ ਹੁੰਦੇ ਨੇ, ਬਾਕੀ ਤਾਂ ਦੁਸ਼ਹਿਰੇ ਦਾ ਮੇਲਾ ਹੀ ਹੈ। ਬਿਲਕੁਲ ਹੈ ਨਾ। ਔਰ ਉਹਨੇ ਜਾਂਦੇ ਜਾਂਦੇ ਇਹ ਕਹਿਣਾ ਕਿ ਇਹ ਕੋਲਡ ਡਰਿੰਕ ਠੰਡੀ ਨਹੀਂ ਸੀ, ਚਾਹ ਗਰਮ ਨਹੀਂ ਸੀ। ਜਿਉਣ ਦਾ ਤਰੀਕਾ ਤੁਹਾਡਾ ਆਪਣਾ ਹੋਣਾ ਚਾਹੀਦਾ, ਦਿਖਾਵੇ ਵਾਲਾ ਤਰੀਕਾ ਨਹੀਂ ਹੋਣਾ ਚਾਹੀਦਾ ਹੈ ਨਾ। ਇਹ 'ਚ ਜਦੋਂ ਤੁਸੀਂ ਇਹ ਕਹਿੰਦੇ ਕਿ ਮੈਂ ਗੁਰਦੁਆਰੇ ਮੰਦਿਰ ਜਾਂ ਮਸਜਿਦ ਜਾਂਦਾ, ਮੈਂ ਤਾਂ ਪਹਿਲਾਂ ਆ ਗਈ, ਮੈਂ ਚੜਾਵਾ ਚੜਾਇਆ, ਫਿਰ ਮੈਂ ਦਿੱਤਾ ਤਾਂ ਸਾਰਾ ਰੱਬ ਨੇ ਆ, ਫਿਰ ਜਿਹੜੇ ਮੈਂ 10 ਰੁਪਏ ਚੜਾ ਰਿਹਾ ਉਹ ਮੇਰੇ ਕਿਉਂ ਆ। ਅੱਜ ਕੱਲ ਤਾਂ ਮਤਲਬ ਜੇ ਅਸਲ ਗੱਲ ਕਹੀ ਜਾਵੇ ਵੀ ਲੋਕ ਹੀ ਸੜਨ ਲੱਗ ਜਾਂਦੇ ਵੀ ਤੁਸੀਂ ਉਜਾੜਦੇ ਕਿਉਂ ਨਹੀਂ ਪਏ, ਕੁਝ ਉਜਾੜਾ ਕਿਉਂ ਨਹੀਂ ਕਰ ਰਹੇ ਕਿਸੇ ਇਵੈਂਟ ਤੇ, ਹੈ ਨਾ। ਲੋਕਾਂ ਤੋਂ ਇਹ ਡਰਨ ਲੱਗ ਗਏ ਨਾ ਵੀ ਤੁਸੀਂ ਉਜਾੜਦੇ ਕਿਉਂ ਨਹੀਂ, ਜਿੱਦੇ ਉਜੜ ਕੇ ਉਹਨਾਂ ਨੇ ਕਿਸੇ ਨੇ ਨਹੀਂ ਆਉਣਾ ਨਹੀਂ। ਬਿਲਕੁਲ ਨਹੀਂ, ਵੈਸੇ ਵੀ ਡਾਕਟਰ ਨਰਿੰਦਰ ਕਪੂਰ ਕਹਿੰਦੇ ਨੇ ਵੀ ਔਰਤਾਂ ਕੋਲੇ ਕੰਮ ਹੀ ਇੰਨੇ ਹੁੰਦੇ ਨੇ ਤਾਂ ਉਹਨਾਂ ਕੋਲ ਉਨੇ ਕੰਮਾਂ ਨਾਲ ਜੁੜੀਆਂ ਗੱਲਾਂ ਹੁੰਦੀਆਂ ਨੇ ਨਾ। ਜਿਹੜੀ ਲੇਡੀਜ਼ ਹੈ ਉਹ ਅਨਐਮਪਲਾਈਡ ਨਹੀਂ ਹੁੰਦੀ, ਬੰਦਾ ਅਨਐਮਪਲਾਈਡ ਹੁੰਦਾ। ਬਿਲਕੁਲ ਲੇਡੀ ਕਦੇ ਵੀ ਅਨਐਮਪਲਾਈਡ ਨਹੀਂ ਹੁੰਦੀ, ਬਿਲਕੁਲ ਸਹੀ ਗੱਲ, ਕਿਉਂਕਿ ਉਹਦੇ ਕੋਲ 24 ਘੰਟੇ ਜੌਬ ਹੈਗੀ ਹੈ। ਸਾਨੂੰ ਵੈਸੇ ਬਹੁਤੇ ਲੋਕ ਇਹ ਕਹਿੰਦੇ ਕਿ ਤੁਹਾਡਾ ਤਾਂ ਸਦਾ ਹੀ ਕੋਵਿਡ ਸੀ, ਤੁਸੀਂ ਘਰ ਦੇ ਅੰਦਰ ਸੀ, ਜਾਂ ਇਹ ਕਹਿ ਦਿੰਦੇ ਕਿ ਜਦੋਂ ਤੁਸੀਂ ਦੋਨੋਂ ਹੁੰਦੇ ਤੁਹਾਨੂੰ ਕਿਸੇ ਤੀਜੇ ਦੀ ਲੋੜ ਨਹੀਂ ਪੈਂਦੀ। ਦੁਨੀਆ ਦੇ ਵਿੱਚ ਅੰਬਾਨੀ ਉਹਨੂੰ ਲੜੀ ਜਾਂਦੇ ਨੇ ਕਿ ਮੈਂ ਵੱਡਾ ਕਿ ਤੂੰ ਵੱਡਾ, ਸੈਟੀਸਫਾਈਡ ਉਹ ਵੀ ਨਹੀਂ ਆ, ਸੈਟੀਸਫਾਈਡ ਉਹ ਨਹੀਂ ਹੈਗਾ, ਹੈ ਨਾ। ਬਹੁਤ ਰੱਬ ਦਾ ਸ਼ੁਕਰ, ਸਾਡੇ ਕੋਲ ਸੱਚਮੁੱਚ ਹੈ ਨਹੀਂ ਕੁਝ ਵੀ ਕਿ ਅਸੀਂ ਰੱਬ ਦੇ ਦਰ ਤੋਂ ਗਏ ਕਿ ਰੱਬ ਹੋਰ ਕੁਝ ਦੇ ਸਾਨੂੰ। ਮੈਨੂੰ ਲੱਗਦਾ ਵੀ ਜੋ ਕੁਝ ਮਿਲਿਆ ਬਹੁਤ ਕੁਝ ਮਿਲਿਆ। ਇਹ ਮੈਨੂੰ ਲੱਗਦਾ ਸਰ ਇੱਕ ਆਪਣਾ ਵੀ ਮਜ਼ਾਜ ਹੁੰਦਾ। ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਕਿਸੇ ਕੁੜੀ ਨੇ ਸੋਹਣਾ ਸੂਟ ਪਾਇਆ ਹੁੰਦਾ ਸੀ, ਮੈਮ ਉਹਨੂੰ ਵੀ ਕੰਪਲੀਮੈਂਟ ਕਰ ਦਿੰਦੇ ਸੀ ਵੀ ਤੇਰੇ ਬਹੁਤ ਸੋਹਣਾ ਪਾਇਆ ਹੋਇਆ ਨਾ। ਤਾਂ ਜਿਹੜਾ ਬੰਦਾ ਖੁਦ ਦੂਜੇ ਨਾਲ ਛੇਤੀ ਇੰਗੇਜ ਹੁੰਦਾ, ਮੈਨੂੰ ਲੱਗਦਾ ਉਹਦੇ ਕੋਲ ਬਹੁਤ ਗੱਲਾਂ ਹੁੰਦੀਆਂ ਨੇ ਕਰਨ ਲਈ। ਤੇ ਇਹ ਵੀ ਹੋ ਸਕਦਾ ਹੈ ਨਾ, ਇਸ ਵਾਰ ਥੋੜਾ ਜਿਹਾ ਉਹ ਕਾਲਜ ਦੇ ਵਿੱਚ ਤਾਂ ਕਰੀ ਜਾਂਦੇ, ਉੱਥੇ ਕੋਈ ਪ੍ਰੋਬਲਮ ਨਹੀਂ ਹੁੰਦੀ, ਪਰ ਇਹ ਹੁੰਦਾ ਕਿ ਇਹ ਤਾਂ ਇੱਥੇ ਦੀਆਂ ਨੇ, ਜੋ ਛੱਡ ਕੇ ਇੱਥੇ ਰਹਿਣ ਦੇ, ਆਪਾਂ ਹੀ ਕਰਨੀਆਂ ਨੇ ਘਰੇ ਜਾ ਕੇ। ਕਈ ਵਾਰੀ ਐਂ ਲੱਗਦਾ ਹੁੰਦਾ ਤੁਸੀਂ ਕਰੋ ਕਿੱਥੇ, ਕਿਸੇ ਬੱਚੇ ਨੇ ਕੀ ਕਰਿਆ ਕੀ ਨਹੀਂ ਕਰੋ ਕਰਿਆ, ਕਿੱਥੇ। ਕਾਲਜ ਦੀਆਂ ਚੀਜ਼ਾਂ ਨੂੰ ਉੱਥੇ ਛੱਡ ਛੁੱਡਾ ਕੈਂਪ 'ਚ ਕੀ ਹੋਇਆ ਹੈ ਨਾ, ਜਿਵੇਂ ਉਹ ਹੁੰਦਾ। ਚਲੋ ਕਈ ਵਾਰੀ ਇਹਨਾਂ ਨੂੰ ਇਹ ਹੁੰਦਾ ਕਿ ਮੈਂ ਸ਼ੇਅਰ ਕਿੰਨਾ ਕਰਨੀ ਹੈ, ਉਹ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਚੱਲੀ ਜਾਂਦੀਆਂ। ਫਿਰ ਜਿਹੜੇ ਮੇਰੇ ਉਪਾਅ ਹੁੰਦੇ ਨੇ ਫਿਰ ਇਹਨੂੰ ਸੂਟ ਨਹੀਂ ਕਰਦੇ। ਮਤਲਬ ਇਹ ਕਿ ਮੇਰੇ ਸੁਭਾਅ 'ਚ ਇਹ ਆ ਵੀ ਮੈਂ ਜਵਾਬ ਨਹੀਂ ਦੇ ਸਕਦੀ ਕਿਸੇ ਨੂੰ, ਕਿ ਮੈਨੂੰ ਕਿਸੇ ਨੇ ਕੰਮ ਕਿਹਾ ਤੇ ਮੈਨੂੰ ਕਹਾਂ ਵੀ ਮੈਂ ਨਹੀਂ ਕਰਨਾ, ਚਾਹੇ ਮੇਰਾ ਉਹਦੇ ਲਈ ਵੱਧ ਟਾਈਮ ਲੱਗ ਰਿਹਾ ਮੈਂ ਲਾਉਂਗੀ, ਪਰ ਮੈਂ ਉਸ ਕੰਮ ਨੂੰ ਜੋ ਮੇਰੇ ਤੇ ਮਿਲਿਆ ਮੈਂ ਉਹਨੂੰ ਛੱਡ ਕੇ ਨਹੀਂ ਆਉਂਗੀ। ਇਹ ਨਹੀਂ ਹੋਊਗਾ ਕਿ ਕੋਈ ਮੈਨੂੰ ਦੱਸ ਰਿਹਾ ਤੇ ਮੈਂ ਉਹਦੇ ਤੋਂ ਭੱਜ ਆਉਂਗੀ, ਮੈਂ ਸੁਣੂਗੀ, ਹੈ ਨਾ। ਫਿਰ ਉਹਦੇ ਬਾਰੇ 'ਚ ਫਿਰ ਮੈਂ ਸੋਚੂੰਗੀ ਵੀ, ਤਾਂ ਉਹਦੇ ਕਰਕੇ ਹੋ ਸਕਦਾ ਕਿ ਮੇਰੇ ਜਿਹੜਾ ਸੁਭਾਅ ਆ ਉਹਦੇ 'ਚ ਇਹ ਤਬਦੀਲੀ ਆਈ ਹੋਵੇ। ਨਹੀਂ, ਵੈਸੇ ਵੀ ਡਾਕਟਰ ਨਰਿੰਦਰ ਕਪੂਰ ਕਹਿੰਦੇ ਨੇ ਵੀ ਔਰਤਾਂ ਕੋਲੇ ਕੰਮ ਹੀ ਇੰਨੇ ਹੁੰਦੇ ਨੇ ਤਾਂ ਉਹਨਾਂ ਕੋਲ ਉਨੇ ਕੰਮਾਂ ਨਾਲ ਜੁੜੀਆਂ ਗੱਲਾਂ ਹੁੰਦੀਆਂ, ਗੱਲਾਂ ਵੀ ਹੋਣਗੀਆਂ, ਹੈ ਨਾ। ਕੰਮ ਬਾਕੀ ਲੇਡੀਜ਼ ਕੋਲ ਹੀ ਹੁੰਦਾ। ਹੁਣ ਆਪਾਂ ਰਾਤ ਨੂੰ ਵੀ ਬ੍ਰੇਨ ਜਿਹੜਾ ਸਾਡਾ ਖਾਲੀ ਨਹੀਂ ਹੁੰਦਾ। ਮੈਂ ਤਾਂ ਉਹੀ ਗੱਲ ਕਹਿਣ ਲੱਗਾ ਸੀ ਤੁਹਾਨੂੰ ਵੀ ਸਾਨੂੰ ਤਾਂ ਇੱਕ ਵਾਰੀ ਜੇ ਦੁੱਧ ਕੋਲ ਖੜਾ ਕਰ ਦੋ, ਖੜੇ ਖੜੇ ਫਿਰ ਵੀ ਉੱਬਲ ਜਾਂਦਾ। ਇਹ 4-4 ਚੀਜ਼ਾਂ ਇਕੱਠੀਆਂ ਚਲਾਈ ਜਾਂਦੇ, 5-5 ਚਲਾਉਂਦੀਆਂ ਨੇ ਬਾਕੀ। ਔਰ ਪੰਜਵਾਂ ਬੰਦਾ ਦੇਖ ਲਓ, ਹੈ ਨਾ। ਮੈਂ ਤਾਂ ਕਿਹਾ ਵੀ ਸਵੇਰ ਨੂੰ ਕਰੇ 4 ਚੁੱਲ੍ਹੇ ਚੱਲ ਰਹੇ ਨੇ ਜਿਹੜੀਆਂ ਉਹ ਬਾਹਰ ਵੀ, ਕਿਉਂਕਿ ਜਿੱਥੇ ਤੁਸੀਂ ਜੌਬ ਕਰਦੇ ਉੱਥੇ ਵੀ ਅਗਲੇ ਨੇ ਥੋੜ੍ਹਾ ਸੋਚਣਾ ਵੀ ਤੁਸੀਂ ਘਰੋਂ ਥੱਕ ਕੇ ਆਏ, ਉੱਥੇ ਵੀ ਜਸਟੀਫਾਈ ਕਰਕੇ ਆਉਣਾ, ਫਿਰ ਕੱਲ੍ਹ ਵੀ ਜਾ ਕੇ ਜਸਟੀਫਾਈ ਕਰਨਾ, ਫਿਰ ਆ ਕੇ ਸਾਰੇ ਪਰਿਵਾਰ ਨੂੰ ਜਸਟੀਫਾਈ ਕਰਨਾ। ਉਹਨਾਂ ਦੀ ਹਰੇਕ ਦੀ ਰਿਕੁਆਇਰਮੈਂਟ ਵੱਖਰੀ ਵੱਖਰੀ ਆ, ਕਿਸੇ ਨੂੰ ਕੁਛ ਚਾਹੀਦਾ, ਕਿਸੇ ਨੂੰ ਕੁਛ ਚਾਹੀਦਾ। ਨੋ ਡਾਊਟ ਕੰਮ ਬਹੁਤ ਆ, 24 ਆਵਰਸ ਦਾ। ਮੈਂ ਨਾ ਕਈ ਸਾਲ ਜੈਂਡਰ ਰਿਲੇਸ਼ਨ ਦਾ ਪੇਪਰ ਪੜ੍ਹਵਾਇਆ, ਅਤੇ ਉਹਦੇ ਵਿੱਚ ਵਾਰ ਵਾਰ ਇਹੀ ਗੱਲ ਆਉਂਦੀ ਸੀ ਕਿ ਜਿਹੜੀ ਲੇਡੀਜ਼ ਹੈ
ਉਹ ਅਨਐਮਪਲਾਈਡ ਨਹੀਂ ਹੁੰਦੀ, ਬੰਦਾ ਅਨਐਮਪਲਾਈਡ ਹੁੰਦਾ। ਬਿਲਕੁਲ ਲੇਡੀ ਕਦੇ ਵੀ ਅਨਐਮਪਲਾਈਡ ਨਹੀਂ ਹੁੰਦੀ, ਬਿਲਕੁਲ ਸਹੀ ਗੱਲ। ਕਿਉਂਕਿ ਉਹਦੇ ਕੋਲ 24 ਘੰਟੇ ਜੌਬ ਹੈਗੀ ਹੈ, ਪਰ ਉਹਦੀ ਜੌਬ ਹੈ ਜਿਹੜੀ ਉਹਨੂੰ ਪੇ ਨਹੀਂ ਕੀਤੀ ਜਾਂਦੀ। ਜੇ ਉਨੀ ਵਰਕਿੰਗ ਆਵਰ ਦੇ ਵਿੱਚ ਜਿੰਨੇ ਦੇ ਵਿੱਚ ਲੇਡੀ ਘਰ ਕੰਮ ਕਰ ਰਹੀ ਹੈ, ਉਹਦੀ ਤਨਖਾਹ ਬੰਦੇ ਤੋਂ ਵੱਧ ਬਣ ਜੂ। ਸਰ ਇਹ ਛੋਟੀਆਂ ਚੀਜ਼ਾਂ ਆਪਾਂ ਨੂੰ ਟਾਈਮ ਟੂ ਟਾਈਮ ਅਵੇਅਰਨੈਸ ਲਈ ਆਉਂਦੀਆਂ ਨੇ। ਜਿਵੇਂ ਇੱਕ ਤੁਸੀਂ ਛੋਟੀ ਜਿਹੀ ਟੈਲੀਫਿਲਮ ਦੇਖੋਗੇ ਘਰ ਕੀ ਮੁਰਗੀ, ਹੈ ਨਾ, ਉਹ ਤੁਹਾਨੂੰ ਸਮਝਾਉਂਦੇ ਨੇ ਕਿ ਜੇ ਤੁਸੀਂ ਜੋ ਕੰਮ ਤੁਹਾਨੂੰ ਇੱਕ ਔਰਤ ਬਿਲਕੁਲ ਚੁੱਪਚਾਪ ਸਾਰਾ ਦਿਨ ਘਰ 'ਚ ਕਰਕੇ ਦਿੰਦੀ ਆ, ਉਹਦੇ ਲਈ ਤੁਸੀਂ ਕਿਸੇ ਨੂੰ ਥਰਡ ਬੰਦੇ ਨੂੰ ਪੇ ਕਰਨਾ ਸ਼ੁਰੂ ਕਰ ਦਿਓ ਤਾਂ ਤੁਹਾਡਾ ਮਤਲਬ ਮਹੀਨੇ ਦਾ 30-35 ਹਜ਼ਾਰ ਰੁਪਏ ਖਰਚਾ ਬਣਦਾ, ਹੈ ਨਾ। ਤੇ ਜਿਹੜਾ ਕਿ ਹਾਊਸ ਵਾਈਫ ਜਾਂ ਵਰਕਿੰਗ ਵੂਮਨ 'ਚ ਵੀ ਅਸੀਂ ਕਾਊਂਟ ਨਹੀਂ ਕਰਦੇ ਤੇ ਉਹਦੇ ਤੋਂ ਵੱਧ ਆਪਾਂ ਮੈਂਟਲੀ ਟੈਂਸ ਹੋਵਾਂਗੇ, ਕਿਉਂਕਿ ਉਹਦੇ 'ਚ ਫਿਰ ਵੀ ਅਧੂਰਾ ਰਹੇਗਾ ਕੰਮ। ਕੋਈ ਛੱਡ ਗਿਆ, ਕੋਈ ਕਰ ਗਿਆ, ਕੁਛ ਦੇਤਾ, ਕੁਛ ਨਾ ਦੇ। ਸੋ ਇਹ ਜਿਹੜੀਆਂ ਘਟਨਾਵਾਂ ਨੇ ਨਿੱਕੀਆਂ ਘਰਾਂ ਦੇ ਵਿੱਚ ਆਪਾਂ ਬਰਾਬਰ ਹੈ ਜਾਂ ਨਹੀਂ ਆ, ਉਹ ਇੱਥੇ ਆ ਕੇ ਨਿਕਲ ਜਾਂਦੀਆਂ, ਖਤਮ ਹੋ ਤਾਈਆਂ ਤਾਂ ਹਰ ਇੱਕ 'ਚ ਹੁੰਦੀਆਂ। ਤੇ ਜਦੋਂ ਅਸੀਂ ਇੱਕ ਦੂਜੇ ਨੂੰ ਦੇਖਦੇ ਹਾਂ ਤਾਂ ਕੰਮ ਕਰਦੇ, ਉੱਥੇ ਊਣ ਤਾਈਆਂ ਨੂੰ ਫੜਦਾ ਜਾਂ ਕੀ ਕਰਦਾ, ਫਿਰ ਤਾਂ ਚੱਲੇਗਾ ਨਹੀਂ ਕੰਮ। ਕਦੀ ਇਹ ਚੀਜ਼ ਹੋਈ ਹੈ ਤੁਹਾਡੇ 'ਚ ਵੀ ਤੁਹਾਨੂੰ ਲੱਗਿਆ ਹੋਵੇ ਮੈਮ ਜੌਬ ਕਰਦੇ ਨੇ ਤਾਂ ਇਹ ਮੇਰੇ ਬਰਾਬਰ ਸਮਝਦੇ ਨੇ ਆਪਣੇ ਆਪ ਨੂੰ, ਜਾਂ ਮੈਮ ਨੂੰ ਕਦੀ ਲੱਗਿਆ ਹੋਵੇ ਵੀ ਨਹੀਂ ਮੈਂ ਚਾਹੇ ਜੌਬ ਵੀ ਕਰ ਲਈ ਪਰ ਫਿਰ ਵੀ ਇਹ ਮੈਨੂੰ ਆਪਣੇ ਬਰਾਬਰੀ ਵਾਲਾ ਦਰਜਾ ਨਹੀਂ ਦਿੰਦਾ? ਨਹੀਂ, ਇਹ ਕਦੇ ਨਹੀਂ ਹੋਇਆ ਇਸ਼ੂ, ਕਦੇ ਆਇਆ ਹੀ ਨਹੀਂ ਮੈਮ ਦੇ ਵਿੱਚ। ਸਾਨੂੰ ਮੈਨੂੰ ਲੱਗਦਾ ਕਿ ਜੌਬ ਕਰਨਾ ਸਾਡੇ ਲਈ ਇੱਕ ਸਟੇਟਸ ਹੈ, ਰਿਸਪੈਕਟੇਬਲ ਥਾਂ ਹੈ ਸੋਸਾਇਟੀ ਦੇ ਵਿੱਚ ਮਿਲੀ ਹੋਈ। ਇੱਥੇ ਚਾਹੇ ਕਾਲੋਨੀ 'ਚ ਰਹਿੰਦੇ ਜਾਂ ਸ਼ਹਿਰ 'ਚ ਰਹਿੰਦੇ, ਅੱਜ ਸ਼ਹਿਰ ਦੇ ਵਿੱਚ ਸਾਨੂੰ ਬੱਚਾ ਜਾਣਦਾ, 3 ਪੀੜ੍ਹੀਆਂ ਪੜ੍ਹਾਤੀਆਂ, ਹਾਂਜੀ, ਹੈ ਨਾ। ਉਹ ਜੇ ਉਹ ਉਸ ਪ੍ਰੋਫੈਸ਼ਨ 'ਚ ਨਾ ਹੁੰਦੇ ਤਾਂ ਕਿਹਨੇ ਜਾਣਨਾ ਸੀਗਾ। ਔਰ ਜਿਹੜੀ ਐਜੂਕੇਸ਼ਨ ਹੈ ਉਹਦੇ ਨਾਲ ਜਿਹਨੂੰ ਕਹੀਏ ਕਿ ਉਹਨੂੰ ਸਭ ਤੋਂ ਵੱਡਾ ਦਾਨ ਮੰਨਿਆ ਗਿਆ, ਅਤੇ ਕਿੰਨੇ ਹੀ ਘਰਾਂ ਦੇ ਵਿੱਚ ਆਪਾਂ ਨੇ ਵਿੱਦਿਆ ਦਾ ਚਾਨਣ ਕਰ ਦਿੱਤਾ। ਨੋ ਡਾਊਟ ਅਰਨਿੰਗ ਤਾਂ ਹੈ, ਉਹ ਹੈ, ਉਹਦਾ ਇੱਕ ਬਹੁਤ ਵੱਡਾ ਜਿਹੜਾ ਪਾਰਟ ਹੈ ਲਾਈਫ ਦੇ ਵਿੱਚ, ਜਿਹੜਾ ਜ਼ਰੂਰੀ ਵੀ ਔਰ ਹੋਣਾ ਵੀ ਚਾਹੀਦਾ। ਪਰ ਇਹਨੂੰ ਮੇਲ ਫੀਮੇਲ ਦਾ ਉਹ ਬਣਾ ਕੇ, ਇਸ਼ੂ ਬਣਾ ਕੇ ਵੀ ਮੈਂ ਜੌਬ ਨਹੀਂ ਕਰਾਣੀ ਜਾਂ ਮੇਰੇ ਬਰਾਬਰ ਹੋ ਜੂ, ਉਹ ਨਹੀਂ ਗੱਲ ਹੈਗੀ। ਕਿਉਂਕਿ ਬਰਾਬਰ ਦੀ ਗੱਲ ਤਾਂ ਹੁੰਦੀ ਹੈ ਜੇ ਤੁਸੀਂ ਕੁਝ ਵੰਡਦੇ ਹੋ। ਵੰਡਿਆ ਕੁਛ ਹੈ ਨਹੀਂ, ATM ਇਹਨੂੰ ਨਹੀਂ ਚਲਾਉਣਾ ਆਉਂਦਾ, ਪੈਸੇ ਇਹਨੂੰ ਨਹੀਂ ਪਤਾ ਇਹਦੇ ਕਿੰਨੇ ਖਾਤੇ 'ਚ, ਹੈ ਨਾ ਇਹਨੂੰ ਕਿਸੇ ਨੂੰ ਦਿੱਤੇ ਨਾ ਲੱਤੇ ਕਦੇ, ਹੈ ਨਾ ਇਹਦਾ ਬੈਂਕ ਅਕਾਊਂਟ ਇਹਨੂੰ ਪਤਾ ਹੈਗਾ, ਨਾ ਇਹਨੂੰ ਕੋਈ ਫਾਰਮ ਭਰਨਾ ਆਉਂਦਾ। ਅਤੇ ਫਿਰ ਇਹ ਜੌਬ ਦੇ ਪੈਸੇ ਇਹਨੇ ਕਿੱਥੇ ਲੈ ਕੇ ਜਾਣੇ ਸੀਗੇ। ਬਸ ਇੱਕੋ ਹੀ ਕੰਮ ਫੜਿਆ ਹੋਇਆ ਹੈ ਕਿ ਹਾੜੀ ਸੋਹਣੀ ਹਰ ਮਤਲਬ ਕਿ ਸੀਜ਼ਨ 'ਤੇ ਸੂਟ ਚਾਹੀਦੇ ਨੇ। ਫਿਰ ਤਾਂ ਬਹੁਤ ਸਸਤੇ 'ਚ ਪੈ ਰਹੇ ਨੇ ਤੁਹਾਨੂੰ, ਹੈ ਨਾ, ਦੱਬ ਕੇ। ਨਹੀਂ, ਮੈਂ ਬਹੁਤ ਰਿਲੈਕਸ ਹਾਂ ਨਾ, ਮੈਨੂੰ ਇਹ ਤਾਂ ਨਹੀਂ ਫਿਕਰ ਮੈਂ ਕਿਹਦੇ ਦੇਣੇ ਆ, ਜਿਹਦੇ ਮੈਂ ਦੇਣੇ ਆ ਉਹਦੇ ਤੋਂ ਵੱਧ ਮੈਨੂੰ ਮਿਲ ਹੀ ਜਾ ਰਹੇ ਆ, ਹੈ ਨਾ। ਤਾਂ ਪੈਸੇ 'ਚ ਤੇਰ ਮੇਰਾ ਹੈ ਨਹੀਂ। ਜੇ ਵੰਡਿਆ ਹੋਵੇ ਪੈਸਾ ਵੀ ਮੈਂ, ਜੇ ਵੰਡਿਆ ਹੋਵੇ ਮੈਂ ਕਮਾਇਆ, ਫਿਰ ਪਾਉ ਕਲੇਸ਼ ਵੀ ਮੈਂ ਕਮਾਉਂਦੀ। ਹੁਣ ਮੈਂ ਕੀ ਕਮਾਇਆ ਮੈਨੂੰ ਨਹੀਂ ਪਤਾ, ਮੇਰਾ ਬਚਿਆ ਕਿੰਨਾ ਮੈਨੂੰ ਨਹੀਂ ਪਤਾ, ਮੇਰੇ ਬੈਂਕ 'ਚ ਹੈ ਕਿੰਨੇ ਆ ਮੈਨੂੰ ਨਹੀਂ ਪਤਾ, ਮੇਰਾ ਟੈਕਸ ਕਿੰਨਾ, ਮੇਰਾ ਟੈਕਸ ਕਾਲਜ ਵਾਲੇ ਕੱਟ ਦਿੰਦੇ ਆ, ਰਿਟਰਨ ਇਹ ਭਰ ਦਿੰਦੇ ਆ, ਤੇ ਫਾਰਮ ਤੇ ਸਾਈਨ ਮੇਰੇ ਤੋਂ ਕਰਾ ਲੈਂਦੇ, ਉਹਨੂੰ ਮੈਂ ਕਦੀ ਪੜ੍ਹਿਆ ਨਹੀਂ। ਤੁਹਾਨੂੰ ਬਿਲਕੁਲ ਨਹੀਂ ਹੁੰਦਾ ਐਵੇਂ ਮੇਰੀ ਕਮਾਈ ਆ ਮੈਨੂੰ ਰੱਖਾਂ, ਮਤਲਬ ਕਦੀ ਆਇਆ ਹੀ ਨਹੀਂ, ਹੈ ਨਾ। ਔਰਤ ਤਾਂ ਮੈਨੂੰ ਲੱਗਦਾ ਵੀ ਸਾਰੀ ਉਮਰ ਇਨਸਿਕਿਉਰ ਰਹਿੰਦੀ ਨਾ। ਮੈਂ ਉਹ ਕੀਤਾ ਨਾ ਰਵਿੰਦਰ, ਮੈਂ ਇਹ ਕੀਤਾ ਕਿ ਮੈਂ ਹੋਈ ਨਹੀਂ ਕਦੀ, ਤੇ ਨਾ ਮੇਰੇ ਕਦੀ ਮਨ 'ਚ ਆਇਆ ਕਿ ਮੈਂ ਰੱਖਾਂ। ਦੂਜੀ ਗੱਲ ਇਹ ਆ ਵੀ ਮੈਂ ਰੱਖ ਕੇ ਕਰਨਾ ਕੀ ਆ। ਮੈਂ ਅੱਜ ਤੱਕ ਇਕੱਲੀ ਬਾਜ਼ਾਰ ਨਹੀਂ ਗਈ। ਅੱਛਾ ਜੀ। ਜਿਵੇਂ ਅੱਜ ਤੱਕ ਇਕੱਲੀ ਨੇ ਸ਼ਾਪਿੰਗ ਨਹੀਂ ਕੀਤੀ, ਤਾਂ ਫਿਰ ਮੈਂ ਕੀ ਕਰਨਾ। ਤਾਂ ਜੋ ਮੈਨੂੰ ਚਾਹੀਦਾ ਉਹਦੇ ਤੋਂ ਵੱਧ ਮਿਲ ਜਾਂਦਾ ਆ। ਵੱਧ ਮਿਲਣ ਦਾ ਇਹ ਆ ਕਿ ਆਪਾਂ ਤੇਥੋਂ ਤਿਉਹਾਰ ਤਾਂ ਸਾਨੂੰ ਮਿਲਦੇ ਆ, ਇਹਨਾਂ ਦਾ ਬਰਥਡੇ ਦਾ ਗਿਫਟ ਵੀ ਮੈਨੂੰ ਮਿਲਦਾ। ਅੱਛਾ, ਉਹ ਕੌਣ ਦਿੰਦਾ? ਸਾਰੇ ਇਹ ਦਿੰਦੇ ਆ, ਕਿਉਂਕਿ ਆਪ ਤਾਂ ਲੈਂਦੇ ਨਹੀਂ ਆ, ਉਹ ਮੈਨੂੰ ਮਿਲਦਾ ਆ। ਹਾਂਜੀ, ਕਿ ਤੂੰ ਜੋ ਲੈਣਾ ਲੈ ਲਾ ਭਾਈ, ਮੇਰੇ ਬਰਥਡੇ ਆ। ਅੱਛਾ, ਹੈ ਨਾ। ਤਾਂ ਹੋਰ ਮੈਨੂੰ ਦੱਸੋ ਹੁਣ ਮੈਂ ਕੀ ਕਰਨਾ, ਹੈ ਨਾ। ਨਾ ਮੈਂ ਵੈਡਿੰਗ ਐਨਵਰਸਰੀ ਇਹਨਾਂ ਨੂੰ ਗਿਫਟ ਦਿੱਤਾ ਕਦੀ ਕੋਈ, ਨਾ ਬਰਥਡੇ ਦਾ ਗਿਫਟ ਦਿੱਤਾ। ਲੜਾਈ ਤਾਂ ਮੈਨੂੰ ਲੱਗਦਾ ਵਿਆਹ ਤੋਂ ਬਾਅਦ ਤੋਹਫਿਆਂ ਦੀ ਹੋਈ ਹੁੰਦੀ ਹੈ, ਜਿਹੜਾ ਤੁਹਾਡਾ ਇਸ ਕਰਕੇ ਵਨ ਸਾਈਡ ਹੈ ਨਾ, ਤੋਹਫੇ ਮੈਨੂੰ ਮਿਲ ਰਹੇ ਨੇ, ਮੈਂ ਲੜਨਾ ਵੀ ਮੈਂ ਹੀ ਸੀ। ਮੈਨੂੰ ਮਤਲਬ ਅੱਜ ਨਾ ਪਛਤਾਵਾ ਨਹੀਂ, ਮੈਨੂੰ ਹਾਸਾ ਆ ਰਿਹਾ ਵੀ ਅਸੀਂ ਮੈਮ ਤਾਂ ਕਾਲਜ 'ਚ ਐਵੇਂ ਡਰਦੇ ਰਹੇ ਤਾਂ ਭੋਲੀ ਬਹੁਤ ਨੇ। ਨਹੀਂ, ਬਹੁਤ ਲੋਕਾਂ ਨੂੰ ਪਤਾ ਆ, ਨਹੀਂ ਪਤਾ ਕਿ ਮੈਨੂੰ ਦੇਖ ਕੇ ਕੋਈ ਗੈਸ ਨਹੀਂ ਕਰ ਸਕਦਾ ਵੀ ਕੀ ਕਰ ਸਕਦੀ ਹੈ। ਜਿਹੜਾ ਇੱਕ ਤੁਸੀਂ ਆਹ ਸਟਾਈਲ ਕਰਕੇ ਤੁਰਦੇ ਹੋ ਨਾ ਕਾਲਜ 'ਚ, ਹਾਂ ਉਹ ਬਹੁਤ ਮਸ਼ਹੂਰ ਹੈ। ਇਹ ਅੱਧਾ ਬਹੁਤ ਡਰਾ ਦਿੰਦਾ ਬੰਦੇ ਨੂੰ, ਹੈ ਨਾ। ਮੇਰੀ ਅੱਖਾਂ 'ਚੋਂ ਪਾਣੀ ਆਉਣ ਲੱਗ ਗਿਆ ਭਾਈ। ਨਹੀਂ ਕੋਈ ਨਹੀਂ, ਤੁਸੀਂ ਆਰਾਮ। ਨਹੀਂ
ਮਤਲਬ ਕਿ ਇਹ ਹੋ ਗਿਆ ਕਿ ਮੈਂ ਤਾਂ ਹੀ ਕਿਹਾ ਸੀ ਨਾ ਡਿਵੀਜ਼ਨ ਹੋ ਗਈ ਕੰਮਾਂ ਦੀ। ਸਾਰੀਆਂ ਪੇਮੈਂਟ ਇਹਨਾਂ ਨੇ ਕਰਤੀਆਂ, ਜੋ ਦੇਣਾ ਆ ਜੋ ਕਰਨਾ ਆ, ਤਾਂ ਬਾਕੀ ਕੀ ਬਚਿਆ ਮੇਰੇ ਕੋਲ? ਘਰ ਦਾ ਕੰਮ, ਘਰ ਦੇ ਕੰਮ ਲਈ ਵੀ ਸਾਰਾ ਕੁਝ ਮੈਨੂੰ ਮਿਲ ਜਾ ਰਿਹਾ। 10 ਮੰਗੂਗੀ ਮੈਨੂੰ 200 ਮਿਲ ਜੂਗਾ, ਤਾਂ ਫਿਰ ਮੈਨੂੰ ਕੋਈ ਬਹੁਤੀ ਗੱਲ ਨਹੀਂ ਆ। ਜਿਵੇਂ ਕਿਸੇ ਰਿਸ਼ਤੇਦਾਰ ਨੂੰ ਦੇਣਾ ਹੁੰਦਾ ਤਾਂ ਇਹਨਾਂ ਨੇ ਕਦੀ ਇਹ ਨਹੀਂ ਕਿਹਾ ਕਿ ਕਿੰਨੇ ਦੇ ਦੇ, ਉੱਥੇ ਪਰਸ ਮੈਨੂੰ ਫੜਾ ਦੇਣਾ, ਪਰਸ ਮੈਨੂੰ ਫੜਾ ਦੇਣਾ ਵੀ ਦੇ ਦੇ ਜਿੰਨੇ ਦੇਣੇ ਆ। ਮਤਲਬ ਕੋਈ ਰੋਕ ਨਹੀਂ, ਕੋਈ ਟੋਕ ਨਹੀਂ ਆ, ਤਾਂ ਫਿਰ ਕਿਸ ਚੀਜ਼ ਦੀ ਡਿਵੀਜ਼ਨ ਕਰਾਂ ਮੈਂ? ਮੈਨੂੰ ਲੱਗਦਾ ਤੁਹਾਡੇ 'ਚ ਈਗੋ ਨਹੀਂ ਹੈਗੀ, ਨਾ ਮੇਲ ਈਗੋ ਆ, ਨਾ ਤੁਹਾਨੂੰ ਕਮਾਉਣ ਵਾਲੀ ਈਗੋ ਆ ਨਾ, ਇਹ ਚੀਜ਼ ਨਹੀਂ ਤੁਹਾਡੇ 'ਚ ਹੈਗੀ। ਉਹਦੇ ਨਾਲ ਘਰ ਸਟੇਬਲ, ਉਹਦੇ ਨਾਲ ਘਰ ਸਟੇਬਲ, ਉਹਦੇ ਨਾਲ ਅੱਗੋਂ ਬੱਚਿਆਂ ਨੇ ਵੀ ਸਿੱਖਿਆ। ਕਈ ਵਾਰੀ ਈਗੋ ਹੁੰਦੀ ਹੈ ਨਾ ਜਿਹੜੀ ਇੱਕ ਬੰਦੇ 'ਚ ਹੁੰਦੀ ਹੈ ਵੀ ਚਾਹੇ ਤੂੰ ਸਾਰਾ ਕੁਝ ਦੇਖ ਰਹੀ ਹੈ, ਕਮਾ ਰਹੀ ਹੈ, ਪਰ ਮੈਂ ਮਤਲਬ ਮੇਲ ਆ ਤਾਂ ਮੈਨੂੰ ਉਹ ਰਿਸਪੈਕਟ ਮਿਲਣੀ ਚਾਹੀਦੀ ਹੈ ਨਾ, ਮੈਨੂੰ ਹਰ ਹਾਲਤ 'ਚ ਚਾਹੇ ਮੈਂ ਨਿਕੰਮਾ ਹੀ ਹੋਵਾਂ ਮੈਂ ਡਿਜ਼ਰਵ ਕਰਦਾ। ਤੇ ਫੀਮੇਲ ਈਗੋ ਕਈ ਵਾਰੀ ਇਹ ਹੋ ਜਾਂਦੀ ਹੈ ਵੀ ਮੈਂ ਕਮਾ ਰਹੀ ਹਾਂ, ਮੈਨੂੰ ਹੁਣ ਆਪਣੇ ਦੇ ਬਿਲਕੁਲ ਬਰਾਬਰ ਸਮਝੋ, ਹੈ ਨਾ। ਫਿਰ ਉੱਥੇ ਅਸੀਂ ਇੱਕ ਮਤਲਬ ਕਿ ਮੈਨੂੰ ਨਹੀਂ ਲੱਗਦਾ ਕੋਈ ਮੂਮੈਂਟ ਐਸਾ ਆਇਆ ਹੋਊਗਾ, ਮੇਰੀ ਮੈਮਰੀ 'ਚ ਨਹੀਂ ਆ ਕਿ ਕਦੀ ਮੈਨੂੰ ਇਹ ਖਿਆਲ ਆਇਆ ਹੋਊਗਾ ਕਿ ਮੈਂ ਕਮਾ ਰਹੀ ਹਾਂ। ਇਹ ਵੀ ਨਹੀਂ ਹੋਇਆ ਕਦੇ ਵੀ ਜੇ ਮੇਰੇ ਆ ਜਾਂ ਇਹਨਾਂ ਦੇ ਆ ਪੈਸੇ ਜਾਂ ਕਮਾਏ ਆ ਜਾਂ ਵੀ ਕਮਾਉਂਦੇ ਮੈਂ ਵੀ ਕਮਾਉਂਦਾ ਵੀ ਬੰਦਾ ਜਾ ਕੇ ਬਿਨਾਂ ਵਜ੍ਹਾ ਤੋਂ ਹੀ ਬਹੁਤ ਖਰਚੇ ਆਇਆ, ਉਹ ਕਦੇ ਕਿਸੇ ਨੇ ਨਹੀਂ ਕਰਿਆ। ਉਹ ਸਾਡੇ ਪਿੱਛੇ ਪਰਿਵਾਰ 'ਚ ਵੀ ਨਹੀਂ ਹੈ, ਕਿਸੇ 'ਚ ਵੀ ਨਹੀਂ ਹੈਗਾ। ਪਰਿਵਾਰ 'ਚ ਵੀ ਸਾਡੇ ਨਹੀਂ ਇਸ ਤਰ੍ਹਾਂ ਟੈਂਡੈਂਸੀ ਫਜ਼ੂਲ ਦੀ ਉਹਦੇ ਵਾਲੀ। ਠੀਕ ਆ, ਉੱਥੇ ਵੀ ਇਸ ਤਰ੍ਹਾਂ ਸਾਡੇ ਮਤਲਬ ਕਿ ਇੱਕ ਸਮੂਥ ਜਿਹਾ ਸਾਡਾ ਸਿਸਟਮ ਨਾ, ਤਾਂ ਜਿਵੇਂ ਹੁੰਦਾ ਕਿ ਖੁਸ਼ੀ ਹੋਈ ਆ ਤਾਂ ਬਹੁਤ ਸਾਰੀ ਸੈਲੀਬ੍ਰੇਸ਼ਨ ਹੋ ਰਹੀ ਆ, ਹਾਂ, ਕਿ ਗੈਦਰਿੰਗ ਇਕੱਠੀ ਕਰ ਲਈਏ, ਉਹ ਕਰ ਲਈਏ। ਖਰੂਦ ਨਹੀਂ ਹੈਗਾ ਸਾਡੇ ਘਰ 'ਚ, ਖਰੂਦ ਨਹੀਂ ਹੈ, ਪਿੰਡ ਵੀ ਨਹੀਂ ਹੈ, ਖਰੂਦ ਨਹੀਂ ਹੈ। ਵੀ ਹਮੇਸ਼ਾ ਹੀ ਆ ਰਿਹਾ ਆ ਕਿ ਸੈਲੀਬ੍ਰੇਸ਼ਨ ਆ ਕੋਈ ਤਾਂ ਬਸ ਇਹ ਮੈਂਬਰ ਨੇ ਸਾਡੇ 4। ਈਵਨ ਦੈਨ ਕਿ ਰਵਿੰਦਰ ਸਾਡੇ ਇਹ ਹੋਇਆ ਕਿ ਅਸੀਂ ਪਾਠ ਕਰਾਏ, ਸਾਡੇ ਪਾਠ ਤੇ ਹੁੰਦਾ ਕੌਣ ਸੀ? ਅਸੀਂ 4 ਮੈਂਬਰ। ਅੱਛਾ ਜੀ, ਜਦੋਂ ਤੁਸੀਂ ਇੱਥੇ ਵੀ ਘਰ 4 ਮੈਂਬਰ। ਕਈ ਵਾਰੀ ਬਹੁਤ ਵਾਰੀ ਗੱਲਾਂ ਹੋਣੀਆਂ ਕਿ ਬੁਲਾਇਆ ਨਹੀਂ ਕਿਸੇ ਨੂੰ, ਬੁਲਾਇਆ ਨਹੀਂ ਕਿਸੇ ਨੇ, ਕਿਸੇ ਨੇ ਨਹੀਂ ਬੁਲਾਇਆ। ਬਾਬਾ ਕਹਿੰਦਾ ਤੁਸੀਂ ਸਪੀਕਰ ਲਾ ਲਓ, ਕਿਹਦੇ ਲਈ ਲਾਣਾ, ਨਹੀਂ ਲਾਣਾ। ਮਤਲਬ ਸਾਡੇ ਇਹ ਸੀ ਕਿ ਪਾਠ ਰੱਖ ਕੇ ਅਸੀਂ ਬਾਜ਼ਾਰ 'ਚ ਰਹੇ ਤਾਂ ਸਾਨੂੰ ਪਾਠ ਦਾ ਫਾਇਦਾ ਕੀ? ਅਸੀਂ ਤਾਂ ਆਪਣੇ ਲਈ ਕਰਾਇਆ, ਔਰ ਅਸੀਂ ਆਪ ਹੀ ਚਾਰੋਂ ਜਣੇ ਵਾਰੀ ਜਾਗਦੇ ਸੀ। ਵੀ ਮਤਲਬ ਕਿ ਜਿਸ ਸ਼ਰਧਾ ਨਾਲ ਕਰਾਇਆ, ਰਟਨ ਤਾਂ ਹੋ ਨਹੀਂ ਰਿਹਾ ਕਿ ਉਹ ਕਰੀ ਜਾ ਰਿਹਾ, ਤਾਂ ਪਤਾ ਨਹੀਂ ਕੰਧਾਂ ਸੁਣ ਰਹੀਆਂ ਨੇ ਜਾਂ ਕੰਧਾਂ ਦੇ ਵਿੱਚ ਕੁਝ ਪੈ ਰਿਹਾ ਹੈ। ਮਾਈਂਡ ਆਪਣਾ ਫਰੈਸ਼ ਕਰਨਾ ਆਪਾਂ ਨੇ, 6 ਵਜੇ 6:30 ਭੋਗ ਪਾਉਂਦੇ ਸੀ। ਅੱਛਾ ਜੀ, ਬਸ ਵੀ ਮਾਈਂਡ ਅਸੀਂ ਆਪਣਾ ਫਰੈਸ਼ ਕਰਨਾ, ਤਾਂ ਪਰ ਆਪਾਂ ਸਾਰਾ ਦਿਨ ਇਹ ਕਰਾਂਗੇ ਕਿ ਬਾਬਾ ਜੀ ਤੁਸੀਂ ਬੈਠੋ, ਤਾਂ ਆਪਾਂ ਚੱਲੇ ਆਂ ਬਾਜ਼ਾਰ, ਆ ਹਲਵਾਈ ਲਾਣਾ, ਟੈਂਟ ਲਾਣਾ, ਉਹਦੇ ਲਈ ਰਵਾਂਗੇ। ਤਾਂ ਇਸ ਕਰਕੇ ਅਸੀਂ ਇਹ ਕੱਢਿਆ ਕਿ ਨਾ ਕਰੋ, ਤੁਸੀਂ ਪਾਠ ਰਖਾਓ, ਬੇਸ਼ੱਕ ਬਾਬਾ ਪੜ੍ਹਦਾ, ਬੈਠੋ ਸੁਣੋ, ਆਪਣੇ ਹੱਥੀਂ ਸੇਵਾ ਕਰੋ। ਬਾਬਿਆਂ ਦਾ ਬ੍ਰੇਕਫਾਸਟ, ਬਾਬੇ ਸਾਨੂੰ ਕਦੀ ਕਿਸੇ ਨੇ ਕੁਝ ਕਿਹਾ ਨਹੀਂ ਆ ਜਿੰਨੇ ਕਿ ਆਹ ਕਰੋ ਆਹ ਕਰੋ। ਆਹ ਟੇਬਲ ਦੇ ਉੱਤੇ ਉਹਨਾਂ ਦਾ ਬ੍ਰੇਕਫਾਸਟ ਲੱਗਦਾ ਸੀ, ਖਾਂਦੇ ਸੀ, ਲੰਚ ਲੱਗਦਾ ਸੀ, ਖਾਂਦੇ ਸੀ, ਉਠਾਉਂਦੇ ਸੀ, ਆਪੇ ਕਰਦੇ ਸੀ ਸਾਰਾ ਕੁਛ। ਮਤਲਬ ਕਿ ਕਦੀ ਇਹ ਨਹੀਂ ਰਿਹਾ ਕਿ ਦਿਖਾਵੇ ਦੀ ਖਾਤਰ ਅਸੀਂ ਬਹੁਤ ਸਾਰੀ ਗੈਦਰਿੰਗ ਇਕੱਠੀ ਕਰੀਏ। ਆਪਾਂ ਜੇ ਉਹੀ ਲੀਕ ਤੇ ਚੱਲਣਾ ਫਿਰ ਹਾਂ, ਕਈ ਵਾਰੀ ਜਿਵੇਂ ਆਪਾਂ ਨੇ ਜਦੋਂ ਮੌਕਾ ਮਿਲਦਾ ਕਰਦੇ ਆ ਆਪਾਂ ਵੀ ਰੱਜੇ ਨੂੰ ਕੀ ਖਵਾਉਣਾ, ਤਾਂ ਇਹਨਾਂ ਦੀ ਬਹੁਤ ਸ਼ਰਧਾ ਜੀ ਉਹ ਹੁੰਦੀ ਆ। ਤੁਹਾਡੇ ਕੋਲ ਸਕੂਲ ਆ ਜਿਹੜਾ ਆਪਣੇ ਕੋਲ ਪਟਿਆਲੇ, ਉੱਥੇ ਫਿਰ ਲੰਚ ਕਰਵਾ ਦਿੰਦੇ ਆ। ਮੈਨੂੰ ਲੱਗਦਾ ਵੀ ਜੇ ਸਿੱਖਿਆ ਕੋਈ ਬਦਲਾਅ ਨਾ ਲਿਆਈ ਤੁਹਾਡੇ 'ਚ, ਹੈ ਨਾ, ਫਿਰ ਉਸ ਸਿੱਖਿਆ ਦਾ ਵੀ ਫਾਇਦਾ ਨਹੀਂ, ਚਾਹੇ ਸੱਚੀ ਤੁਸੀਂ ਉਹਦੇ ਬਦਲੇ ਖਿਲਾ ਦਈਏ ਆਪਾਂ ਵੀ ਬੈਟਰ। ਸ਼ੇਖੂਪੁਰੇ ਹੈ ਨਾ, ਤੁਸੀਂ ਜਾਣਦੇ ਹੋ। ਬਿਲਕੁਲ, ਫਿਰ ਉਹਨਾਂ ਤੋਂ ਲੈ ਕੇ ਟਾਈਮ ਤਾਂ ਉੱਥੇ ਲੰਚ ਦੇ। ਬਾਕੀ ਤਾਂ ਇਹ ਨਹੀਂ ਹੁੰਦਾ ਇਹ, ਕਿਉਂਕਿ ਜਿਹੜਾ ਇਹ ਰਿਲੀਜੀਅਸ ਐਸਪੈਕਟ ਹੈ ਨਾ, ਇਹ ਦਿਖਾਵੇ ਵਾਲਾ ਨਹੀਂ ਹੁੰਦਾ। ਤੁਸੀਂ ਠੀਕ ਹੈ, ਜਿੱਥੇ ਕੋਈ ਵੀ ਕਿਸੇ ਵੀ ਰੂਪ ਦੇ ਵਿੱਚ ਤੁਹਾਨੂੰ ਮਿਲਦਾ, ਇਹ ਤੁਹਾਡੀ ਆਪਣੀ ਸੈਟਿਸਫੈਕਸ਼ਨ ਹੈ। ਇਹ ਜਦੋਂ ਤੁਸੀਂ ਇਹ ਕਹਿੰਦੇ ਕਿ ਮੈਂ ਗੁਰਦੁਆਰੇ, ਮੰਦਿਰ ਜਾਂ ਮਸਜਿਦ ਜਾਂਦਾ, ਮੈਂ ਤਾਂ ਪਹਿਲਾਂ ਆ ਗਈ, ਮੈਂ ਚੜਾਵਾ ਚੜਾਇਆ, ਫਿਰ ਮੈਂ ਉਹ ਲੋੜ ਨਹੀਂ ਹੈਗੀ ਕਿ ਦਿੱਤਾ ਤਾਂ ਸਾਰਾ ਰੱਬ ਨੇ ਆ। ਫਿਰ ਜਿਹੜੇ ਮੈਂ 10 ਰੁਪਏ ਚੜਾ ਰਿਹਾ ਉਹ ਮੇਰੇ ਕਿਉਂ ਆ? ਮੇਰੀ ਲਾਈਫ ਹੀ ਰੱਬ ਦੀ ਆ। ਕੋਈ ਫਾਰਮੈਲਿਟੀ ਨਹੀਂ ਤੁਹਾਡੇ ਰਿਲੇਸ਼ਨ 'ਚ, ਹੈ ਨਾ। ਨਹੀਂ ਤਾਂ ਮਤਲਬ ਮੁੰਡਿਆਂ ਨੂੰ ਵੀ ਹੁੰਦਾ ਵੀ ਮੈਂ ਆਹ ਦੇਣਾ ਤਾਂ ਮੈਂ ਤੋਹਫਾ ਦਿੱਤਾ, ਜਾਂ ਫਿਰ ਅਸੀਂ ਡਿਨਰ 'ਤੇ ਗਏ। ਕੁੜੀਆਂ ਨੂੰ ਵੀ ਬਹੁਤ ਹੁੰਦਾ ਅੱਜ ਕੱਲ੍ਹ। ਆਹ ਜਿਹੜਾ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਨੇ, ਇਹਨੇ ਤਾਂ ਬਹੁਤ ਹੀ ਜ਼ਿਆਦਾ ਕਰਤਾ ਵੀ ਤੁਸੀਂ ਜੇ ਉੱਥੇ ਫੋਟੋ ਨਾ ਪਾਓ ਤਾਂ ਲੋਕ ਹੀ ਤੁਹਾਨੂੰ ਪੁੱਛਣ ਲੱਗ ਜਾਂਦੇ, ਅੱਛਾ ਤੁਸੀਂ ਉਹਨੇ ਵਿਗਾੜ ਵੀ ਲਿਆਂਦਾ ਆ। ਮੈਨੂੰ ਨਾ ਇਸ ਚੀਜ਼ ਤੋਂ ਬਹੁਤ ਉਹ ਹੈ, ਮੈਂ ਬਿਲਕੁਲ ਨਹੀਂ ਪ੍ਰੈਫਰ ਕਰਦਾ ਜਾਂ ਪਸੰਦ ਹੀ ਨਹੀਂ ਕਰਦਾ
ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਕੁਝ ਵੀ ਪਾਣਾ ਜਾਂ ਸਟੇਟਸ ਆਪਣਾ ਸ਼ੋਅ ਕਰਨਾ ਕਿਤੇ ਵਨਸ ਵਾਈਲ ਹੁੰਦਾ ਯਾਰ ਤੁਸੀਂ ਕੋਈ ਹੋ ਗਿਆ, ਅਦਰਵਾਈਜ਼ ਉਹ ਇੱਕ ਇਸ ਤਰ੍ਹਾਂ ਦੀ ਫਾਰਮੈਲਿਟੀ ਜੀ ਬਣ ਚੁੱਕੀ ਹੈ ਜਿਹੜੀ ਕਿ ਇੱਕ ਤੁਹਾਡੇ ਐਂ ਲੱਗਦਾ ਕਿ ਹੁਣ ਇਹ ਡਿਊਟੀ ਬਣ ਗਈ। ਜਿਵੇਂ ਸਵੇਰੇ 100 ਬੰਦਿਆਂ ਨੂੰ ਗੁੱਡ ਮਾਰਨਿੰਗ ਭੇਜਤੀ ਹੈ ਨਾ ਜਾਣੇ ਨਾ ਬੁੱਝੇ ਉਹ ਵੀ ਭੇਜੀ ਆ ਧੱਕੀ ਆ ਦੁਨੀਆ ਇੱਧਰੋਂ ਆਇਆ ਉੱਧਰ ਆਇਆ ਉੱਧਰ ਹੀ। ਉਹ ਤੂੰ ਮੈਨੂੰ ਚੰਗਾ ਕਹੀ ਚੱਲ ਮੈਂ ਤੈਨੂੰ ਚੰਗਾ ਕਹੀ ਜਾਂਦਾ, ਤੂੰ ਮੈਨੂੰ ਸੋਹਣਾ ਕਹੀ ਜਾ ਮੈਂ ਤੈਨੂੰ ਸੋਹਣਾ ਕਹੀ ਜਾਂਦਾ ਹੈ ਨਾ। ਉਹ ਮੈਨੂੰ ਵੀ ਪਤਾ ਮੈਂ ਕਿੰਨਾ ਕੁ ਸੋਹਣਾ ਤੇ ਤੂੰ ਕਿੰਨਾ ਕੁ ਸੋਹਣਾ ਹੈ ਨਾ। ਉਹ ਮੈਨੂੰ ਨਹੀਂ ਲੱਗਦਾ ਹੁੰਦਾ ਕਿ ਉਹ ਐਵੇਂ ਜਿਹੀ ਹੈਗਾ। ਤੇ ਫਾਰਮੈਲਿਟੀ ਕੋਈ ਨਹੀਂ ਸਾਡੇ 'ਚ। ਮੀਡੀਆ ਦਾ ਜਿਹੜਾ ਜਾਂ ਗਲੈਮਰਸ ਜਿਹੜਾ ਯੁੱਗ ਹੈਗਾ ਉਹ ਫਿਰ ਇੱਕ ਹੋਰ ਤਰ੍ਹਾਂ ਦੀ ਲਾਈਫ ਹੈ। ਹਾਂ ਠੀਕ ਹੈ, ਇੱਕ ਅੱਜ ਕੱਲ੍ਹ ਦੀ ਇੰਨਾ ਟਾਈਮ ਹੀ ਨਹੀਂ ਹੈਗਾ। ਚੇਂਜਿੰਗ ਟ੍ਰੈਂਡ ਹੁੰਦੇ ਨੇ ਸੋਸਾਇਟੀ 'ਚ, ਉਹ ਚੇਂਜਿੰਗ ਟ੍ਰੈਂਡ ਹੁੰਦੇ ਆ। ਅਸੀਂ ਉਸ ਜਨਰੇਸ਼ਨ ਨੂੰ ਨਹੀਂ ਬਿਲੋਂਗ ਕਰਦੇ ਹੁਣ। ਔਰ ਮੈਨੂੰ ਲੱਗਦਾ ਸਕੂਲ 'ਚ ਵੀ ਤੁਸੀਂ ਤਾਂ ਹੀ ਹੋ ਨਾ, ਤੁਸੀਂ 25ਵੀਂ ਸਾਲ ਪਰ ਆਪਾਂ ਨੇ ਇੱਕ ਗੱਲ ਆ ਮੈਂ ਆਪਣੇ ਬੱਚਿਆਂ ਨੂੰ ਵੀ ਨਹੀਂ ਪਸੰਦ। ਹਾਂ ਬੱਚੇ ਵੀ ਸਾਡੇ ਨੇ, ਬੱਚੇ ਸਾਡੇ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਆ। ਅਕਾਊਂਟ ਹੈ ਪਰ ਉਹ ਕਦੀ ਚੱਲਿਆ ਨਹੀਂ। ਮਤਲਬ ਉਹ ਵੀ ਐ ਨਹੀਂ ਆ ਕਿ ਰੋਜ਼ ਕੁਛ ਨਾ ਕੁਛ ਕਰਨਾ ਜਾਂ ਫੋਟੋ ਖਿੱਚਣੀਆਂ ਜਾਂ ਕੁਛ ਕਰਨਾ, ਉਹ ਵੀ ਨਹੀਂ ਹੈਗੇ। ਅੱਛਾ ਇਵਨ ਕਿ ਸਾਡੇ ਘਰ ਆ ਨਾਮ ਮਾਤਰੀ ਚੱਲਦਾ। ਇਹ ਨਾਮ ਮਾਤਰੀ ਚੱਲਦਾ। ਇਹ 7 ਵਜੇ ਤੋਂ ਬਾਅਦ ਚੱਲਦਾ ਆ, 7:30 8 ਵਜੇ ਤੱਕ ਚੱਲਦਾ ਬਸ। ਤੇ ਜੇ ਮੈਂ ਇਕੱਲਾ ਘਰ ਆ ਤਾਂ ਮੈਂ ਇੱਥੇ ਬੈਠ ਬੁੱਠ ਕੇ ਬਸ ਐਵੇਂ ਸਾਰ ਦੇਣਾ, ਕਿਤਾਬ ਤੂੰ ਪੜ੍ਹ ਲਈ ਕੋਈ, ਚੱਲ ਠੀਕ ਆ, ਇਹਨੂੰ ਆਉਣ ਜਾਣ ਦਾ ਟਾਈਮ ਹੋ ਜਾਂਦਾ। ਸਾਲਗਿਰਾ ਸੈਲੀਬ੍ਰੇਟ ਕੀਤੀ ਤੁਸੀਂ 25ਵੀਂ ਦਾ ਤਾਂ ਬਹੁਤ ਕਰੇਜ਼ ਹੁੰਦਾ ਲੋਕਾਂ ਨੂੰ ਵੀ ਇਹ ਤਾਂ ਮਨਾਉਣੀ ਆ। ਬਹੁਤ ਛੋਟੀ ਜੀ ਕੀਤੀ ਅਸੀਂ, ਜਿਹਦੇ 'ਚ ਅਸੀਂ ਸੀ, ਪੁਨੀਤ ਤੇ ਔਰ 2 ਸਾਡੇ ਹੋਰ ਫੈਮਿਲੀ ਫਰੈਂਡ ਸੀ ਬਸ। ਬੱਚੇ ਵੀ ਨਹੀਂ ਸੀ ਸਾਡੇ, ਬੱਚਿਆਂ ਕੋਲ ਹੈ ਨਹੀਂ ਸੀ। ਇੱਕ ਦੇ ਪੇਪਰ ਹੋ ਰਹੇ ਸੀ, ਇੱਕ ਉਂਝ ਟ੍ਰਿਪ ਤੇ ਚਲੇ ਗਿਆ, ਤੇ ਇਸ ਕਰਕੇ ਲਾਰਜ ਸਕੇਲ ਤੇ ਅਸੀਂ ਬਿਲਕੁਲ ਨਹੀਂ ਕੀਤੀ ਤੇ ਇੰਨੀ ਕੇ ਸੈਲੀਬ੍ਰੇਟ ਕੀਤੀ। ਅੱਜ ਕੱਲ੍ਹ ਤਾਂ ਮਤਲਬ ਜੇ ਅਸਲ ਗੱਲ ਕਹੀ ਜਾਵੇ ਵੀ ਲੋਕ ਹੀ ਸੜਨ ਲੱਗ ਜਾਂਦੇ ਆ ਵੀ ਤੁਸੀਂ ਉਜਾੜਦੇ ਕਿਉਂ ਨਹੀਂ ਪਏ, ਕੁਝ ਉਜਾੜਾ ਕਿਉਂ ਨਹੀਂ ਕਰ ਰਹੇ ਕਿਸੇ ਇਵੈਂਟ ਤੇ, ਹੈ ਨਾ। ਤੇ ਇਹੋ ਜਿਹੇ ਡਰ ਨਹੀਂ ਵੀ ਮਤਲਬ ਆਲੇ ਦੁਆਲੇ ਬਿਲਕੁਲ ਨਹੀਂ ਸੋਸਾਇਟੀ ਕੀ ਸੋਚਦੀ ਆ ਜਾਂ ਇੱਦਾਂ। ਜਿੱਦੇ ਤੁਹਾਨੂੰ ਲੋਕਾਂ ਤੋਂ ਇਹ ਡਰਨ ਲੱਗ ਗਿਆ ਨਾ ਵੀ ਤੁਸੀਂ ਉਜਾੜਦੇ ਕਿਉਂ ਨਹੀਂ, ਜਿੱਦੇ ਉਜੜ ਕੇ ਉਹਨਾਂ ਨੇ ਕਿਸੇ ਨੇ ਨਹੀਂ ਆਉਣਾ। ਬਿਲਕੁਲ ਵੀ ਤੁਸੀਂ ਤੁਹਾਡੇ ਕੋਲ ਹੁਣ ਰੋਟੀ ਹੈਗੀ ਕਿ ਨਹੀਂ ਹੈਗੀ। ਜਿੰਨਾ ਕੁ ਹੈ ਸਾਡੇ ਕੋਲ, ਜੇ ਉਹਨੂੰ ਸੋਚਿਆ ਜਾਵੇ ਤਾਂ ਅਸੀਂ ਵਾਕਈ ਹੀ ਇੱਕ ਚੀਜ਼ ਤੇ ਪ੍ਰੈਕਟੀਕਲ ਆ ਕਿ ਅਸੀਂ ਉੱਥੇ ਬਹੁਤ ਪਲੱਸ ਮਾਈਨਸ ਕਰਦੇ ਆ। ਜੇ ਹੁਣ ਸੈਲੀਬ੍ਰੇਸ਼ਨ ਕਰਾਂਗੇ ਕਿੰਨਾ ਲੱਗੂਗਾ, ਕੀ ਕਰਾਂਗੇ, ਹਨਾ, ਫਿਰ ਉਹ ਕਿੰਨੇ ਮੈਂਟਲੀ ਹੋਊਗਾ, ਉੱਥੇ ਹੀ ਜ਼ਰੂਰ ਕਰਦੇ ਹਾਂ। ਉੱਥੇ ਅਸੀਂ ਜ਼ਰੂਰ ਕਰ ਲੈਂਦੇ ਹਾਂ ਆਪਣੇ ਲਈ। ਜਿਵੇਂ ਹੁਣ ਆ ਕਿ ਚਲੋ ਆਪਾਂ ਇੰਨਾ ਉਡਾਣਾ ਆ ਤਾਂ ਆਪਾਂ ਟ੍ਰਿਪ ਤੇ ਚੱਲ ਜਾਂਦੇ ਹਾਂ, ਤਾਂ ਉਹਦੇ 'ਚ ਸਾਡੀ ਮੈਂਟਲੀ ਪੀਸ ਹੋਊਗੀ, ਅਸੀਂ ਇੰਜੋਏ ਕਰਾਂਗੇ, ਅਸੀਂ ਉਹ ਪ੍ਰੈਫਰ ਕਰਾਂਗੇ। ਜਿਉਣ ਦਾ ਤਰੀਕਾ ਤੁਹਾਡਾ ਆਪਣਾ ਹੋਣਾ ਚਾਹੀਦਾ, ਦਿਖਾਵੇ ਵਾਲਾ ਤਰੀਕਾ ਨਹੀਂ ਹੋਣਾ ਚਾਹੀਦਾ, ਹੈ ਨਾ। ਨਾਲੇ ਜਿਹੜੀਆਂ ਗੈਦਰਿੰਗਸ ਨੇ ਨਾ ਉਹਦੇ 'ਚੋਂ ਜੇ ਕੁੱਲ ਮਿਲਾ ਕੇ ਦੇਖੀਏ ਉਹ 'ਚ 10% ਤੁਹਾਡੇ ਨੀਅਰ ਡੀਅਰ ਹੁੰਦੇ ਨੇ, ਬਾਕੀ ਤਾਂ ਦੁਸ਼ਹਿਰੇ ਦਾ ਮੇਲਾ ਹੀ ਹੈ। ਬਿਲਕੁਲ। ਔਰ ਜਿਨ੍ਹਾਂ ਨੂੰ ਹੱਥ ਔਰ ਉਹਨੇ ਜਾਂਦੇ ਇਹ ਕਹਿਣਾ ਕਿ ਇਹ ਕੋਲਡ ਡਰਿੰਕ ਠੰਡੀ ਨਹੀਂ ਸੀ, ਚਾਹ ਗਰਮ ਨਹੀਂ ਸੀ, ਇਹ 'ਚ ਨਮਕ ਵੱਧ ਸੀ, ਇਹ 'ਚ ਘੱਟ ਸੀਗਾ, ਹੈ ਨਾ। ਫਿਰ ਕਾਹਨੂੰ ਇਹੋ ਜਿਹੇ ਪੰਗੇ ਲੈਣੇ ਨੇ। ਸਹੀ ਗੱਲ। ਤੇ ਫਿਰ ਦੂਸਰੀ ਗੱਲ ਇਹ ਹੈਗੀ ਕਿ ਹੁਣ ਸਾਡਾ ਜਿਹੜਾ ਟਾਈਮ ਚੱਲ ਰਿਹਾ ਨਾ ਉਹ ਅਸਲ ਦੇ ਵਿੱਚ ਬੱਚਿਆਂ 'ਤੇ ਇਨਵੈਸਟਮੈਂਟ ਆ। ਸਾਡਾ ਫਿਊਚਰ ਹੁਣ ਉਹ ਹੈ। ਅਸੀਂ ਤਾਂ ਆਪਣੀ ਵਾਰੀ ਪੁਗਾ ਲਈ, ਅਸੀਂ ਹੁਣ ਆਪਣੇ ਜਿਹੜਾ ਕੈਰੀਅਰ ਉਹ ਮਤਲਬ ਕਿ ਇੱਕ ਵਾਰੀ ਕਰ ਲਿਆ ਕੰਪਲੀਟ, ਇੰਜੋਏ ਕਰ ਲਿਆ। ਹੁਣ ਜੇ ਅਸੀਂ ਉਸ ਚੀਜ਼ ਨੂੰ ਸੰਭਾਲ ਲਾਂਗੇ ਤਾਂ ਉਹ ਸੌਖੇ ਰਹਿ ਜਾਣਗੇ। ਕੁਛ ਹਾਰਡਸ਼ਿਪ ਉਹਨਾਂ ਦੇ ਘਟ ਜਾਣ ਜਿਹੜੀਆਂ ਅਸੀਂ ਦੇਖੀਆਂ। ਸ਼ੁਰੂ ਤਾਂ ਸਾਡਾ ਵੈਸੇ ਜਿਹੜਾ ਹੈ ਮੇਨ ਮਕਸਦ ਉਹ ਆਪਣੇ ਨਾਲੋਂ ਜ਼ਿਆਦਾ ਬੱਚੇ ਦਾ ਫੋਕਸ ਰਿਹਾ। ਪਰ ਇਹ ਵੀ ਰੱਖਿਆ ਸੀ ਵੀ ਅਸੀਂ ਜ਼ਿੰਦਗੀ ਘੁੱਟ ਕੇ ਨਹੀਂ ਜੀ, ਉਹ ਖੁੱਲ ਕੇ ਜੀ, ਆਪਣਾ ਸ਼ੌਕ ਨਹੀਂ ਮਾਰੇ, ਆਪਣੇ ਵੀ ਤਰੀਕੇ ਨਾਲ ਰਹਿ ਕੇ ਤੇ ਫਜ਼ੂਲ ਵੀ ਨਹੀਂ ਸੁੱਟਿਆ। ਬਿਲਕੁਲ। ਔਰ ਦੇਖੋ ਮਤਲਬ ਦਿਨ ਹਰ ਰੋਜ਼ ਚੜ੍ਹਦਾ, ਹੈ ਨਾ। ਜੇ ਤੁਸੀਂ ਸੋਚੋ ਵੀ ਜਿਸ ਦਿਨ ਮੇਰਾ ਵਿਆਹ ਹੋਇਆ ਸੀ ਉਸ ਦਿਨ ਹੀ ਕੋਈ ਖਾਸ ਵੱਡਾ ਦਿਨ ਚੜ੍ਹਿਆ, ਜਾਂ ਜਿਸ ਦਿਨ ਮੈਂ ਜੰਮਿਆ ਸੀ ਉਸੇ ਦਿਨ ਕੋਈ ਖਾਸ ਵੱਡਾ ਦਿਨ ਚੜ੍ਹਿਆ, ਹੈ ਨਾ। ਮੈਨੂੰ ਉਹਨੇ ਨਹੀਂ ਵਿਸ਼ ਕੀਤਾ ਜਾਂ ਇਹਨੇ ਮੈਨੂੰ ਆਹ ਨਹੀਂ ਕਿਹਾ, ਜੇ ਉਹ ਦਿਨ ਪੂਰਾ ਤੁਸੀਂ ਕੁੜਨ 'ਚ ਹੀ ਲਾ ਦਿਓ, ਇਸ ਤੋਂ ਵਧੀਆ ਤੁਸੀਂ ਉਸ ਦਿਨ ਨੂੰ ਯਾਦ ਹੀ ਨਾ ਕਰੋ, ਹੈ ਨਾ। ਕਿ ਤੁਹਾਨੂੰ ਉਮੀਦਾਂ ਜਿਹੜੀਆਂ ਉਮੀਦਾਂ ਨਾ ਰੱਖੋ। ਇਹ ਤਾਂ ਹੁਣ ਟ੍ਰੈਂਡ ਚੱਲ ਗਏ ਆਪਣੇ ਸਾਡੀ ਪੀੜ੍ਹੀ ਦੇ ਵਿੱਚ। ਸਾਨੂੰ ਤਾਂ BA ਕਰਨ ਤੋਂ ਬਾਅਦ ਬਰਥਡੇ ਦਾ ਪਤਾ ਲੱਗਿਆ ਸੀ ਕਿਹੜਾ। ਹਾਂਜੀ, ਹੈ ਨਾ। ਮਤਲਬ ਛੋਟੇ ਹੋਣ ਤੋਂ ਲੈ ਕੇ ਜਨਮ ਤਰੀਕਾਂ ਦੀ ਚੱਲਦੀਆਂ ਪਈਆਂ ਸਾਰਿਆਂ ਦੀਆਂ, ਪੁਰਾਣਿਆਂ ਦੀਆਂ। ਛੋਟੇ ਹੋਣ ਤੋਂ ਲੈ ਕੇ ਕਿੰਨੇ ਕੁ ਸੈਲੀਬ੍ਰੇਟ ਕੀਤੇ ਸੀ, ਸੈਲੀਬ੍ਰੇਟ ਨਹੀਂ ਕੀਤੇ, ਹੈ ਨਾ। ਛੋਟੇ ਹੁੰਦੇ ਬੱਚਿਆਂ ਨੇ ਸੈਲੀਬ੍ਰੇਟ ਕਰ ਲਏ, ਜਿੰਨੀ ਦੇਰ ਹੋਸਟਲ 'ਚ ਸੀ ਉਹਨਾਂ ਨੇ ਸੈਲੀਬ੍ਰੇਟ ਕਰ ਲਏ। ਹੁਣ ਉਹਨਾਂ ਨੂੰ ਕਹਿ ਦਿਓ ਮੰਮਾ ਹੁਣ ਬਰਥਡੇ ਸੈਲੀਬ੍ਰੇਟ ਕਰੀ ਜਾਂਦੇ ਆ।
ਮਤਲਬ ਕਿ ਉਹ ਵੀ ਪ੍ਰੈਕਟੀਕਲ ਹੋ ਗਏ ਵੀ ਇਕੱਠੇ ਬੈਠ ਕੇ ਖਾ ਲਿਆ, ਇਹੀ ਇੱਕ ਉਹ ਬਰਥਡੇ ਆ। ਮਤਲਬ ਇਹ ਨਹੀਂ ਆ ਕਿ ਤੁਸੀਂ ਹੁਣ ਜਾ ਕੇ ਇੰਨਾ ਕੁਛ ਉਜਾੜ ਕੇ ਆਉਣਾ, ਤਾਂ ਸੈਲੀਬ੍ਰੇਸ਼ਨ ਤਾਂ ਹੋਊਗੀ, ਫਿਰ ਮਨ ਨੂੰ ਸ਼ਾਂਤੀ ਹੋਊਗੀ। ਹਾਂ ਮੈਂ ਤਾਂ ਇਹੀ ਕਿਹਾ ਵੀ ਆਪਾਂ ਪ੍ਰੈਫਰ ਕਰਾਂਗੇ ਕਿ ਅਸੀਂ ਚਲੋ ਦੋਨੋਂ ਚੱਲਦੇ ਹਾਂ ਕਿੱਧਰੇ 2 ਦਿਨ ਲਾ ਆਉਂਦੇ ਹਾਂ। ਘੁੰਮਣ ਜਾਂਦੇ ਹੋ ਤੁਸੀਂ, ਹੈ ਨਾ, ਸ਼ੌਂਕ ਹੈ ਤੁਹਾਨੂੰ? ਘੁੰਮਣ ਤਕਰੀਬਨ ਸਾਡਾ ਕੋਵਿਡ ਕਰਕੇ ਰੁਕਿਆ, ਨਹੀਂ ਤਾਂ ਸੀ ਹਰ ਸਾਲ ਦਾ ਸਾਡਾ ਇੱਕ ਲੌਂਗ ਟ੍ਰਿਪ ਹੋ ਜਾਂਦਾ ਸੀ। ਉਹ ਅਸਲ ਦੇ ਵਿੱਚ ਕੀ ਹੈ ਨਾ, ਉਹਦੇ ਚ ਲਰਨਿੰਗ ਵੀ ਬੜੀ ਹੈ, ਬੱਚਿਆਂ ਦੀ ਲਰਨਿੰਗ ਬਹੁਤ ਹੋਈ। ਬੱਚਿਆਂ ਨੂੰ ਅਸੀਂ ਜਦੋਂ ਵੀ ਲਿਜਾਂਦੇ ਸੀ ਉਹਨਾਂ ਨੂੰ ਇੰਡੀਪੈਂਡੈਂਟ ਬਣਾਇਆ, ਉਹਨਾਂ ਨੂੰ ਅਸੀਂ ਪੈਸੇ ਫੜਾਉਂਦੇ ਸੀ। ਪ੍ਰੈਕਟੀਕਲੀ ਤੁਸੀਂ ਆਪ ਬਾਏ ਕਰੋ, ਆਪ ਬਾਰਗੇਨਿੰਗ ਕਰੋ, ਜੋ ਕਰਨਾ ਹੈ ਪੇਮੈਂਟਸ ਉਹਨਾਂ ਤੋਂ ਕਰਾਉਂਦੇ ਸੀ। ਕੋਈ ਮਤਲਬ ਕਿ ਫਲਾਈਟ ਲੈਣੀ ਹੈ, ਕੀ ਕਰਨਾ ਹੈ, ਉਹਦੇ ਸੌਖਾ ਬੜਾ ਰਿਹਾ ਸਾਨੂੰ। ਜਿਵੇਂ ਜਲਦੀ ਬੱਚਿਆਂ ਨੂੰ ਮੈਂ ਜਦੋਂ ਐਲੀਜੀਬਲ ਹੋਏ ਹੁਣ ਡਰਾਈਵਿੰਗ ਸਿਖਾਈ ਦੋਨਾਂ ਨੂੰ। ਉਹ ਕੋਸ਼ਿਸ਼ ਕੀਤੀ ਆ ਕਿ ਜਿਹੜੀਆਂ ਸਾਨੂੰ ਫੇਸ ਪ੍ਰੋਬਲਮਾਂ ਅਸੀਂ ਕੀਤੀਆਂ, ਜਿਵੇਂ ਇਹਨੂੰ ਹੁਣ ਤਾਂ ਕੁਝ ਨਹੀਂ ਆਉਂਦਾ, ਇਹਦੇ ਤੇ ਇੱਕ ਬੰਦਾ ਚਾਹੀਦਾ ਜਿਹੜਾ ਲਿਆ ਕੇ ਛੱਡੇ। ਦੇਖੋ ਸਰ ਨੇ 2 ਵਾਰ ਤੁਹਾਡੇ ਪਰਦੇ ਫਰੋਲਤੇ, ਹੁਣ ਅਗਲੀ ਵਾਰੀ ਤਾਂ ਚੰਗੀ ਗੱਲ ਨਹੀਂ। ਤੇ ਮੈਂ ਇਹਨੂੰ ਕਿੰਨੀ ਵਾਰੀ ਜ਼ੋਰ ਲਾ ਲਿਆ ਕੁਝ ਸਿੱਖ ਲੈ ਭਾਈ, ਕੁਝ ਸਿੱਖ ਲੈ। ਨਹੀਂ, ਮੇਰੇ ਬੱਚੇ ਵੀ ਕਹਿੰਦੇ ਸੀ ਕਿ ਨਹੀਂ ਮੰਮਾ ਸਿੱਖਣ ਦੀ ਜ਼ਰੂਰਤ ਹੈ ਤੁਹਾਨੂੰ, 3 ਜਣੇ ਅਸੀਂ ਹੈ ਐਕਟਿਵਾ ਹੈਗਾ ਹਨਾ, ਤੇ ਮੈਨੂੰ ਵੀ ਲੱਗਦਾ ਸੀ ਮੈਂ ਕੀ ਕਰਨਾ, ਕੀ ਸਿੱਖ ਕੇ ਐਵੇਂ ਹਨਾ। ਪਰ ਮੈਨੂੰ ਲੱਗਦਾ ਮੈਂ ਇਹ ਜ਼ਰੂਰ ਕਹੂੰਗੀ ਅੱਜ ਦੇ ਦੌਰ 'ਚ ਹਰੇਕ ਨੂੰ ਇਹ ਜ਼ਰੂਰ ਇੰਡੀਪੈਂਡੈਂਟ ਨਾ ਹੋਣਾ, ਰਿਟਾਇਰਮੈਂਟ ਤੋਂ ਬਾਅਦ ਸਿੱਖੋਗੇ, ਇੰਡੀਪੈਂਡੈਂਟ ਹੋਣਾ ਚਾਹੀਦਾ। ਮੈਨੂੰ ਲੱਗਦਾ ਜਿਸ ਹਿਸਾਬ ਨਾਲ ਤੁਸੀਂ ਇਕੱਲੇ ਰਹਿੰਦੇ ਹੋ ਜ਼ਰੂਰੀ ਅੱਜ ਦੇ ਦੌਰ 'ਚ ਨਾ ਮੈਮ ਲਈ। ਉਹ ਇਹ ਸੀਗਾ ਲੋਕਲ ਕਰਕੇ ਸਰੀ ਗਿਆ ਬਿਲਕੁਲ। ਮੈਂ ਕਹਿ ਰਹੀ ਹਾਂ ਕਿ ਮੇਰਾ ਤਾਂ ਇਹ ਟਾਈਮ ਟੇਬਲ ਦੇਖੋ ਤੁਸੀਂ ਕੀ ਸੀ। ਮੇਰਾ ਫਸਟ ਪੀਰੀਅਡ ਲੱਗਦਾ ਸੀ 9:45 ਮੈਨੂੰ ਛੱਡਿਆ, 9:30 ਇਹਨਾਂ ਦਾ ਲੱਗਦਾ ਸੀ, ਆਪਣੇ ਕਾਲਜ ਪਹੁੰਚ ਗਏ। ਇਹ 2:15 ਵਜੇ ਫ੍ਰੀ ਹੁੰਦੇ, ਮੈਂ 2:15 ਫ੍ਰੀ ਹੁੰਦੀ ਸੀ, 15 ਮਿੰਟ 'ਚ ਮੇਰੇ ਕੋਲ ਆ ਗਏ। ਤੂੰ ਇਹ ਵੀ ਤਾਂ ਦੇਖਣਾ ਕਿੰਨਾ ਪੋਜ਼ਿਟਿਵ ਰਿਹਾ ਕਿ ਬਾਈਂਡਿੰਗ ਇੰਨੀ ਰਹੀ ਹੈ ਇਹਨਾਂ ਦੇ, ਇੱਧਰ ਉੱਧਰ ਨਹੀਂ ਗਏ। ਮੈਂ ਆਹੀ ਚੀਜ਼ ਕਹਿਣ ਲੱਗੀ ਸੀ ਵੀ ਤੁਹਾਨੂੰ ਨਹੀਂ ਅਸਲ 'ਚ ਮੌਕਾ ਦਿੱਤਾ ਤੇ ਇਸ ਕਰਕੇ ਸ਼ਿਕਾਇਤ ਨਹੀਂ ਮਿਲੀ। 2:30 ਵਜੇ ਤੋਂ ਬਾਅਦ ਬਾਹਰ ਕਿੱਥੇ ਜਾਣਾ ਸੀ, ਨਿਕਲ ਨਹੀਂ ਦਿੱਤਾ। ਤੇ ਇੰਨੀ ਆਦਤ ਪੈ ਗਈ ਕਿ ਜੇ ਘਰ ਦੇ ਵਿੱਚ ਹੁੰਦੇ ਤਾਂ ਵੀ ਮੈਂ ਆਵਾਜ਼ਾਂ ਮਾਰਦੀ ਹਾਂ। ਸਰ ਨੇ ਕਦੀ ਇਹ ਨਹੀਂ ਕਿਹਾ ਵੀ ਉੱਥੋਂ ਕਾਲਜ ਤੋਂ ਇੰਨੇ ਆਟੋ ਲੰਘਦੇ, ਆਟੋ ਲੈ ਕੇ ਘਰੇ ਚਲੇ ਜਾਓ? ਨਾ, ਬਹੁਤ ਰੇਅਰ ਆ ਕਿ ਜੇ ਕਿਤੇ ਵਾਕਿਆ ਹੀ ਮੁਸ਼ਕਲ 'ਚ ਫਸਿਆ। ਆਟੋ ਤੇ ਮੈਂ ਹਾਲੇ ਤੱਕ ਘਰ ਨਹੀਂ ਆਈ, ਮੈਂ ਖੰਨੇ 'ਚ ਆਟੋ ਤੇ ਨਹੀਂ ਚੜੀ, ਮੈਂ ਰਿਕਸ਼ਾ ਤੇ ਆਉਣਾ ਪ੍ਰੈਫਰ ਕਰਦੀ ਹਾਂ। ਜੇ ਕੋਈ ਘਰੇ ਹੀ ਨਾ ਹੋਵੇ ਫਿਰ ਹਾਂ ਆਈ ਹਾਂ ਮੈਂ ਰਿਕਸ਼ਾ, ਇੱਕ ਹੈ ਰਿਕਸ਼ੇ ਵਾਲੇ ਦਾ ਨੰਬਰ ਰੱਖਿਆ ਆ, ਉਹ ਆ ਜਾਂਦਾ, ਉਹ ਲੈ ਜਾਂਦਾ। ਪਰ ਇੰਜ ਨਹੀਂ ਹੁੰਦਾ, ਕਈ ਵਾਰੀ 2-3 ਦਿਨ ਗੇੜੇ ਵੀ ਲੱਗ ਜਾਂਦੇ ਆ, ਕਈ ਵਾਰੀ ਬਹੁਤ ਗੇੜੇ ਲੱਗ ਜਾਂਦੇ ਆ। ਇਲਜ਼ਾਮ ਸੀਗੇ 2-3 ਗੇੜੇ ਵੀ ਲੱਗ ਜਾਂਦੇ ਆ। ਮੈਂ ਉਹ ਨੀਅਰੈਸਟ ਹੋਣ ਕਰਕੇ ਬਹੁਤ ਜ਼ਿਆਦਾ ਦਿੱਕਤ ਨਹੀਂ ਆਉਂਦੀ ਸੀ। ਮਤਲਬ ਕਿ ਜੇ ਕੁੱਲ ਮਿਲਾ ਕੇ ਮੈਂ ਦੇਖਾਂ ਤਾਂ ਲਾਈਫ ਦੇ ਵਿੱਚ ਹੁਣ ਤੱਕ 30 ਸਾਲ ਦੇ ਸਫ਼ਰ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਈ। ਇਹ ਚੀਜ਼ ਤੁਹਾਨੂੰ ਕੀ ਲੱਗਦਾ ਵੀ ਤੁਹਾਡੀ ਸਮਝਦਾਰੀ ਕਰਕੇ ਨਹੀਂ ਆਈ ਕਿ ਜਾਂ ਕਿਸਮਤ ਆਪਾਂ ਕਹਿ ਦਿੰਦੇ? ਦੋਨੋਂ ਚੀਜ਼ਾਂ ਹੀ। ਕਿਸਮਤ ਵੀ ਹੋ ਸਕਦੀ ਆ ਤੇ ਕਿਸਮਤ ਨੂੰ ਬਣਾਉਣ ਵਾਲੇ ਵੀ ਆਪਾਂ ਹੀ ਆ। ਕਿ ਜੇ ਆਪਾਂ ਅੜੇ ਰਹਿੰਦੇ ਕਿਸੇ ਚੀਜ਼ ਦਾ ਇਸ਼ੂ ਰੋਜ਼ ਕ੍ਰੀਏਟ ਕਰਦੇ ਤਾਂ ਰੋਜ਼ ਹੀ ਇੱਕ ਬੈਟਲਫੀਲਡ ਸੀ ਘਰ ਦੇ ਵਿੱਚ, ਤਾਂ ਨਹੀਂ ਆ ਤਾਂ ਫਿਰ ਉਹ ਨਹੀਂ ਆ। ਜੇ ਕਹਿ ਰਹੇ ਕਿ ਮੈਨੂੰ ਕੰਮ ਆ, ਤੇ ਮੈਂ ਇਹਨਾਂ ਨੂੰ ਇਹ ਨਹੀਂ ਕਹੂੰਗੀ ਕਿ ਕੰਮ ਕਿਉਂ ਆ, ਜਾਂ ਮੈਂ ਇਹ ਨਹੀਂ ਕਹੂੰਗੀ ਕਿ ਕੰਮ ਕਿਉਂ ਛੱਡਿਆ, ਅੱਜ ਕਿਉਂ ਨਹੀਂ ਜਾ ਸਕਦਾ। ਨਾ ਇਹਨਾਂ ਨੇ ਕਦੀ ਕਿਹਾ ਕਿ ਕੰਮ ਛੱਡ ਦੇ, ਨਾ ਛੱਡ ਕਰ। ਕਲੌਕ ਨਾਲ ਅਸੀਂ ਘੁੰਮ ਰਹੇ ਹਾਂ, ਇਹ ਤੋਂ ਵੱਧ ਤਾਂ ਕੁਛ ਨਹੀਂ ਕਰ ਸਕਦੇ ਆਪਾਂ। ਸਵੇਰ ਤੋਂ ਲੈ ਕੇ ਘੜੀ ਦੀਆਂ ਸੂਈਆਂ ਦੇਖਦੇ ਆਪਾਂ। ਬਿਲਕੁਲ ਐਗਜ਼ੈਕਟ ਹੈ ਸਾਰਾ ਕੁਝ ਹੀ, ਫਿਕਸ ਆ। ਇੱਕ ਚੀਜ਼ ਸੱਚੋ ਸੱਚ ਦੱਸਿਓ, ਹੈ ਨਾ, ਬਹੁਤ ਲੋਕ ਮੰਨਦੇ ਨਹੀਂ ਹੁੰਦੇ ਇਸ ਚੀਜ਼ ਨੂੰ, ਵੀ ਤੁਸੀਂ ਦੋਨੋਂ ਇੱਕ ਦੂਜੇ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹੋ ਕਿ ਆਪਣੀ ਆਪਣੀ ਅਹਿਮੀਅਤ ਜ਼ਿਆਦਾ ਸਮਝਦੇ ਹੋ? ਇੱਕ ਦੂਜੇ ਨੂੰ। ਆਪਣੀ ਨਾਲ ਤਾਂ ਫਿਰ ਕੋਈ ਪ੍ਰੋਬਲਮ ਆਊਗੀ। ਮਤਲਬ ਵਿਆਹ ਕਰਾਉਣਾ ਤਾਂ ਆਪਣੀ ਅਹਿਮੀਅਤ ਛੱਡਣੀ ਪੈਣੀ। ਮੈਨੂੰ ਲੱਗਦਾ ਨਹੀਂ, ਲੋੜ ਹੀ ਨਹੀਂ ਛੱਡਣ ਦੀ। ਜ਼ੀਰੋ ਵੀ ਨਹੀਂ ਹੁੰਦਾ ਬੰਦਾ ਜ਼ੀਰੋ ਨਹੀਂ ਹੁੰਦਾ, ਕਿਉਂਕਿ ਤੁਸੀਂ ਇੱਕ ਦੂਜੇ ਨੂੰ ਦੇ ਰਹੇ ਹੋ ਤਾਂ ਆਟੋਮੈਟਿਕਲੀ ਮੇਰੀ ਅਹਿਮੀਅਤ ਮੈਨੂੰ ਮਿਲ ਗਈ, ਇਹਨਾਂ ਦੀ ਇਹਨਾਂ ਨੂੰ ਮਿਲ ਗਈ। ਮੈਂ ਕਿਉਂ ਕਹੀ ਜਾਊਂਗੀ ਕਿ ਹਾਂ ਐਕਸਚੇਂਜ ਹੁੰਦੀ ਆ, ਤਾਂ ਮਿਲ ਤਾਂ ਰਹੀ ਹੋਈ ਆ। ਮੇਰੀ ਥਾਂ ਮੇਰੇ ਕੋਲ ਆ, ਇਹਨਾਂ ਦੀ ਥਾਂ ਇਹਨਾਂ ਕੋਲ ਆ। ਕਿਸੇ ਵੀ ਰਿਲੇਸ਼ਨ 'ਚ ਲੈ ਲਓਗੇ ਤੁਸੀਂ, ਚਾਹੇ ਆਪਾਂ ਕੋਈ ਵੀ ਹੋਵੇ, ਨਾਲ ਮਾਂ ਪਿਓ ਦਾ, ਉਹ ਤਾਂ ਜਿਹੜੀ ਜਿਹਦੀ ਥਾਂ ਹੈ ਉਹਨੂੰ ਦੇਣੀ ਓ ਪੈਣੀ ਹੈ ਨਾ। ਹੁਣ ਆਪਾਂ ਬੱਚਿਆਂ ਨੂੰ ਹੋਰ ਤਰ੍ਹਾਂ ਟਰੀਟ ਕਰਦੇ ਹਾਂ, ਸੇਮ ਟਾਈਮ ਨਾਲ ਮਦਰ ਫਾਦਰ ਬੈਠੇ ਉਹਨੂੰ ਹੋਰ ਤਰ੍ਹਾਂ ਟਰੀਟ ਕਰ ਰਹੇ ਹਾਂ। ਪਤਾ ਹੁੰਦਾ ਕਿ ਇੱਥੇ ਕੀ ਹੈ, ਇੱਥੇ ਕੀ ਹੈ। ਇਹ ਆਪਾਂ ਹਰ ਇੱਕ ਜਿਹੜਾ ਰਿਸ਼ਤਾ ਆ ਉਸਨੂੰ ਅਹਿਮੀਅਤ ਦੇ ਰਹੇ ਹਾਂ। ਮਤਲਬ ਅਹਿਮੀਅਤ ਦਾ ਮਤਲਬ ਕਿ ਰਿਸ਼ਤੇ ਨੂੰ ਦੇ ਰਹੇ ਹਾਂ ਨਾ, ਤਾਂ ਉਹਨੂੰ ਮਿਲ ਰਹੀ ਹੈ।
ਉਹ ਆਪਣੀ ਅਹਿਮੀਅਤ ਕਿਉਂ ਜਤਾਊਗਾ? ਜਦੋਂ ਉਹ ਆਪਣੀ ਅਹਿਮੀਅਤ ਤੇ ਆ ਗਿਆ ਤਾਂ ਮਤਲਬ ਕਿ ਇੱਕ ਦੀਵਾਰ ਖੜੀ ਹੋ ਗਈ। ਬੱਚਿਆਂ ਦੇ ਡਿਸੀਜਨ ਤੁਸੀਂ ਖੁਦ ਲੈਂਦੇ ਰਹੇ ਹੋ ਕਿ ਮਤਲਬ ਉਹਨਾਂ ਨੂੰ ਵੀ ਇਸ ਚੀਜ਼ ਲਈ ਕੰਸੀਡਰ ਕਰਦੇ ਹੋ ਵੀ ਨਹੀਂ ਤੁਹਾਡੀ ਲਾਈਫ ਆ, ਤੁਸੀਂ ਇਹਨੂੰ ਆਪਣੇ ਤਰੀਕੇ ਨਾਲ ਬਣਾਓ? ਕਈ ਵਾਰੀ ਪੇਰੈਂਟਸ ਦਾ ਮਤਲਬ ਉਹਨਾਂ ਚੀਜ਼ਾਂ ਤੇ ਵੀ ਕਲੈਸ਼ ਹੋਣ ਲੱਗ ਜਾਂਦਾ ਨਾ। ਮੰਨ ਲਓ ਹੁਣ ਦੇ ਦੌਰ ਦੀ ਇੱਕ ਬਹੁਤ ਜ਼ਿਆਦਾ ਵੱਡੀ ਚੀਜ਼ ਹੈ ਕਿ ਜਦੋਂ ਬੱਚੇ ਕਹਿੰਦੇ ਨੇ ਕਿ ਮੈਂ ਵਿਆਹ ਹੈ ਜਿਹੜਾ ਉਹ ਆਪਣੀ ਮਰਜ਼ੀ ਨਾਲ ਕਰਾਵਾਂ, ਹੈ ਨਾ, ਅਤੇ ਪੇਰੈਂਟਸ 'ਚੋਂ ਕਈ ਵਾਰੀ ਦੋਨਾਂ ਦੇ ਵਿਚਾਰ ਵੀ ਉਸ ਚੀਜ਼ 'ਤੇ ਸਹਿਮਤ ਨਹੀਂ ਹੁੰਦੇ। ਜ਼ਿਆਦਾਤਰ ਫਾਦਰ ਨੂੰ ਲੱਗਦਾ ਹੁੰਦਾ ਕਿ ਨਹੀਂ ਮਤਲਬ ਆਪਾਂ ਪਰਿਵਾਰ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਨੇ, ਹੈ ਨਾ। ਜੀ ਅਸੀਂ ਇਸ ਨੂੰ ਪਹਿਲੀ ਗੱਲ ਤਾਂ ਕਿ ਸਾਡੀ ਬੇਟੀ ਦੀ ਤਾਂ ਹੋਈ ਹੈ ਇੰਗੇਜਮੈਂਟ। ਦੂਸਰਾ ਅਸੀਂ ਬੱਚਿਆਂ ਨੂੰ ਇੰਨਾ ਉਹ ਨਹੀਂ ਕੀਤਾ, ਉਹਨੂੰ ਜ਼ਰੂਰ ਖੁੱਲ੍ਹਾਪਨ ਦਿੱਤਾ ਹੋਇਆ। ਉਹਨਾਂ ਦੇ ਸਟੱਡੀ ਦੇ ਜਿਹੜੇ ਡਿਸੀਜਨ ਸੀ ਉਹਦੇ ਵਿੱਚ ਵੀ ਪਹਿਲਾਂ ਉਹਨਾਂ ਨੇ ਦੋਨਾਂ ਨੇ ਮੈਡੀਕਲ ਚੂਜ਼ ਕੀਤਾ, ਫਿਰ ਮੈਡੀਕਲ ਛੱਡ ਕੇ ਫਿਰ ਉਹ ਐਗਰੀਕਲਚਰ ਚਲਿਆ ਗਿਆ ਅਤੇ ਉੱਧਰ ਫੈਸ਼ਨ ਟੈਕਨੋਲੋਜੀ ਚਲੀ ਗਈ ਬੇਟੀ। ਸੋ ਇਸ ਕਰਕੇ ਅਸੀਂ ਇਹ ਨਹੀਂ ਹੋਇਆ ਕਿ ਉਹਨਾਂ ਨੂੰ ਕਿਹਾ ਕਿ ਨਹੀਂ ਤੁਸੀਂ ਇਹ ਲਾਈਨਾਂ ਹੀ ਪੜ੍ਹਨੀਆਂ ਨੇ ਜੀ, ਪੜ੍ਹਨੀਆਂ ਨੇ, ਜਾਂ ਆਪਣੇ ਸਬਜੈਕਟਾਂ ਵੱਲ ਵੀ ਖਿੱਚ ਕੇ ਲਿਆਏ। ਉਹ ਕਹਿੰਦੇ ਅਸੀਂ ਟੀਚਿੰਗ 'ਚ ਨਹੀਂ ਆਉਣਾ। ਹਾਲਾਂਕਿ ਟੀਚਿੰਗ 'ਚ ਅਸੀਂ ਲਿਆ ਸਕਦੇ ਸੀ ਦੋਨਾਂ ਨੂੰ, ਨਹੀਂ ਆਏ ਦੋਨੋਂ ਨਹੀਂ ਆਏ। ਹਾਂ, ਕੁਛ ਉਹਨਾਂ ਨੂੰ ਇੰਨੀ ਕੁ ਆਪਾਂ ਨੇ ਦਿੱਤਾ ਕਿ ਜਦੋਂ ਵੀ ਤੁਸੀਂ ਕਦੀ ਮਤਲਬ ਆਪਣਾ ਕੰਪੈਨੀਅਨ ਨੂੰ ਚੂਜ਼ ਕਰੋ ਤਾਂ ਦੇਖ ਲੈਣਾ ਕਿ ਸਾਨੂੰ ਵੀ ਅਸੀਂ ਵੀ ਧਰਮ ਸੰਕਟ 'ਚ ਨਾ ਪਈਏ, ਹੈ ਨਾ। ਕਿ ਸਟੈਪ ਲੈਣ ਤੋਂ ਪਹਿਲਾਂ ਹੀ ਇਸ ਚੀਜ਼ ਨੂੰ ਸੋਚ ਲੈਣਾ, ਸਾਨੂੰ ਦੱਸ ਦੇਣਾ। ਹੁਣ ਉਹ ਆਪ ਹੀ ਕਹੀ ਜਾਂਦੇ ਕਿ ਹੁਣ ਸਾਡੀ ਉਮਰ ਲਿੰਕ ਗਈ, ਹੁਣ ਤੁਸੀਂ ਦੇਖੋ ਜੋ ਕਰਨਾ। ਇਹ ਵੀ ਹੋ ਗਿਆ। ਬਾਕੀ ਦੇਖੋ ਉਹਨਾਂ 'ਤੇ ਫੋਰਸਫੁਲੀ ਆਪਾਂ ਕੋਈ ਡਿਸੀਜਨ ਕਦੀ ਨਹੀਂ ਥੋਪਿਆ ਵੀ ਤੁਸੀਂ ਹੁਣ ਆ ਚੱਲਣਾ। ਹੁਣ ਸਿਮਰਤ ਬੇਟੀ ਸੀ ਮੇਰੀ, ਉਹਨੂੰ ਅਸੀਂ ਮੈਂ ਵੀ ਪੁਨੀਤ ਨੇ ਵੀ ਬਹੁਤ ਕਿਹਾ ਕਿ ਤੂੰ ਸਾਇੰਸ ਨਾ ਪੜ੍ਹ, ਆਰਟਸ ਪੜ੍ਹ ਲਾ। ਨਹੀਂ ਮੈਂ ਸਾਇੰਸ ਹੀ ਪੜ੍ਹਨੀ ਆ, ਮੈਂ ਮੈਡੀਕਲ ਹੀ ਪੜ੍ਹਨਾ। ਪੜ੍ਹ ਲਓ ਫਿਰ, ਹੈ ਨਾ। ਮੈਡੀਕਲ ਪੜ੍ਹਨ ਤੋਂ ਬਾਅਦ ਆਪਾਂ ਨੇ BSc ਫੈਸ਼ਨ ਡਿਜ਼ਾਈਨਿੰਗ 'ਚ ਆ ਗਏ, ਹੈ ਨਾ। ਫਿਰ ਉਹਨਾਂ ਦਾ ਇਹ ਸੀ ਟਾਰਗੇਟ ਕਿ ਅਸੀਂ ਯੂਨੀਵਰਸਿਟੀਆਂ 'ਚ ਪੜ੍ਹਨਾ। ਆਪਾਂ ਨੇ ਯੂਨੀਵਰਸਿਟੀਆਂ 'ਚ ਐਡਮਿਸ਼ਨ ਕਰਵਾਤੀ, ਦੋਨੇ ਬੱਚੇ ਅਸੀਂ ਪੜ੍ਹ ਗਿਆ। ਉਹਨਾਂ ਨੇ ਆਪਣੀ ਲਾਈਨ ਆਪ ਚੁਣੀ, ਉਹਨੇ ਹਮੇਸ਼ਾ ਆਪਣੀ ਇੰਟਰਨਸ਼ਿਪ ਆਪੇ ਲੱਭੀ। ਮੇਰਾ ਫੈਸ਼ਨ ਡਿਜ਼ਾਈਨਿੰਗ ਦਾ ਬਿਲਕੁਲ ਫੀਲਡ ਨਹੀਂ ਸੀ। ਉਹਨੇ ਸਾਰੀ 4 ਸਾਲ ਜਿੰਨੀਆਂ ਲਾਈਆਂ ਉਹਨਾਂ ਨੇ ਡਿਜ਼ਾਈਨਰਸ ਨਾਲ ਦਿੱਲੀ ਜਾ ਕੇ ਲਾਈਆਂ। ਉਹ ਦਿੱਲੀ ਡਿਜ਼ਾਈਨਰ ਲੱਭਣੇ ਜਾਣਾ ਉਹ ਉਹਨਾਂ 'ਤੇ ਡਿਪੈਂਡ ਸੀ, ਅਸੀਂ ਉਹਨੂੰ ਦਿੱਲੀ ਛੱਡਣ ਨਹੀਂ ਗਏ। ਆਪਣੇ ਫਰੈਂਡ ਸਰਕਲ ਨਾਲ ਗਈਆਂ, 2 ਜਣੇ ਗਏ ਆ, 4 ਜਣੇ ਗਏ ਆ। ਅਕਮੋਡੇਸ਼ਨ ਲੱਭਣੀ ਆ, ਉੱਥੇ ਰਹਿਣਾ ਆ, ਉਹ ਸਾਰਾ ਉਹਨਾਂ ਨੇ ਆਪ ਕੀਤਾ। ਉੱਥੇ ਉਹ ਇੰਡੀਪੈਂਡੈਂਟ ਹੋ ਗਏ। ਜਿੰਨੀ ਦੇਰ ਤੱਕ ਸਾਨੂੰ ਇਹ ਲੱਗਿਆ ਕਿ ਬੱਚਾ ਸਾਡੀ ਤੋਂ ਪਰੇ ਨਹੀਂ ਜਾਂਦਾ, ਉਨੀ ਦੇਰ ਤੱਕ ਉਹ ਇੰਡੀਪੈਂਡੈਂਟ ਨਹੀਂ ਹੁੰਦਾ। ਸਾਨੂੰ ਇਹ ਲੱਗਿਆ ਕਿ ਇੱਥੋਂ ਬਾਹਰ ਪੜ੍ਹਾਉਣਾ ਸਾਡੇ ਲਈ ਬੜਾ ਫਾਇਦਾ ਰਿਹਾ, ਸਾਡੇ ਲਈ ਬਹੁਤ ਫਾਇਦਾ ਰਿਹਾ। ਦੋਨੋਂ ਹੀ ਗਰੋ ਕਰ ਗਏ, ਅਦਰਵਾਈਜ਼ ਉਹ ਸਾਡੀ ਸ਼ੈਡੋ 'ਚ ਰਹਿੰਦੇ। ਬਿਲਕੁਲ। ਤਾਂ ਹੁਣ ਸਾਨੂੰ ਲੱਗਦਾ ਕਿ ਉਹ ਸਾਨੂੰ ਸਿਖਾ ਰਹੇ ਆ, ਸਿਆਣੇ ਹੋ ਗਏ। ਸਿਖਾ ਰਹੇ ਬਹੁਤ ਕੁਛ। ਇਹ ਨਹੀਂ ਅਸੀਂ ਕਹਿ ਰਹੇ ਕਿ ਅਸੀਂ ਉਹਨਾਂ ਨੂੰ ਸਿਖਾ ਕੇ ਭੇਜਿਆ। ਮੈਨੂੰ ਲੱਗਦਾ ਕਿ ਉਹਦੇ ਤੋਂ ਡਬਲ ਸਾਨੂੰ ਮਿਲ ਰਿਹਾ ਆ। ਇੱਕ ਕਈ ਵਾਰੀ ਕਹਿੰਦੇ ਹੁੰਦੇ ਕਿ ਪੀੜ੍ਹੀ ਪੜ੍ਹ ਆਇਆ ਕਿ ਇੰਨਾ ਲੰਮਾ ਟਾਈਮ ਹੈ ਅਤੇ ਉਹ ਹੋ ਰਿਹਾ ਆ। ਅਸੀਂ ਉਹਨਾਂ ਦੇ ਨਾਲ ਨਾਲ ਚੱਲਦੇ ਰਹੇ। ਕਦੀ ਕਦੀ ਮੈਂ ਬੈਠ ਕੇ ਸੋਚਦੀ ਹੁੰਦੀ ਹਾਂ ਕਿ ਉਹ ਪੀੜ੍ਹੀ ਪੜ੍ਹਾ ਰਿਹਾ ਹੀ ਨਹੀਂ, ਕਿ ਹੁਣ ਉਹ ਫਰੈਂਡਲੀ ਹੋ ਗਏ, ਹਰ ਗੱਲ ਸ਼ੇਅਰ ਕਰ ਰਹੇ ਆ। ਤਾਂ ਜਿਹੜਾ ਗੈਪ ਸੀ, ਜਿਹੜਾ ਅਸੀਂ ਉਹਨਾਂ 'ਤੇ ਥੋਪਣਾ ਸੀ ਵੀ ਮੈਂ ਤੇਰੇ ਤੋਂ ਵੱਧ ਦੁਨੀਆ ਦੇਖੀ, ਤੂੰ ਐ ਨਹੀਂ ਕਰ, ਤੂੰ ਐਂ ਕਰ, ਉਹ ਖਤਮ ਹੀ ਹੋ ਗਿਆ ਵੀ ਉਹ ਰਿਹਾ ਨਹੀਂ ਆ। ਤਾਂ ਉਹਦੇ ਨਾਲ ਜਿਹੜੇ ਰਿਸ਼ਤੇ ਸੀ ਉਹ ਸੁਖਾਲੇ ਹੋ ਗਏ। ਉਹ ਡਰਦੇ ਵੀ ਆ, ਕਰਦੇ ਕੰਮ ਕਰਨ ਤੋਂ ਪਹਿਲਾਂ ਦੱਸਦੇ ਵੀ ਆ। ਤਾਂ ਜੇਕਰ ਅਸੀਂ ਉਹਨਾਂ ਨੂੰ ਰੋਕਦੇ ਨਾ ਕਰੋ ਕੰਮ, ਆ ਨਾ ਜਾਓ, ਇੱਧਰ ਨਾ ਜਾਓ, ਤਾਂ ਚੋਰੀ ਜਾਂਦੇ। ਤਾਂ ਬੈਟਰ ਇਹੀ ਹੋਇਆ ਕਿ ਉਹ ਹੁਣ ਰਿਸ਼ਤੇ ਜਿਹੜੇ ਆ ਉਹ ਦੋਸਤਾਂ ਵਾਲੇ ਜ਼ਿਆਦਾ ਹੋ ਗਏ, ਬੱਚਿਆਂ ਵਾਲੇ ਘਟ ਗਏ। ਇਸ ਕਰਕੇ ਫਿਰ ਉਹ ਕਦੇ ਕੋਈ ਇਸ ਤਰ੍ਹਾਂ ਦਾ ਸੰਕਟ ਨਹੀਂ ਆਇਆ ਵੀ ਕਿਤੇ ਬੱਚਾ ਇਸ ਤਰ੍ਹਾਂ ਦਾ ਤੁਹਾਨੂੰ ਆ ਗਿਆ ਕਿ ਕ੍ਰਾਈਸਿਸ ਖੜਾ ਕਰਤਾ ਉਹਨੇ ਤੁਹਾਡੇ ਲਈ, ਤੇ ਉਹ ਮੂਮੈਂਟ ਆਈ ਨਹੀਂ ਸਾਡੇ ਲਈ। ਮੈਨੂੰ ਲੱਗਦਾ ਜਿਹੜੀ ਰਿਐਲਿਟੀ ਆ ਉਹਨੂੰ ਐਕਸੈਪਟ ਕਰਨ ਤੋਂ ਡਰਨਾ ਵੀ ਨਹੀਂ ਚਾਹੀਦਾ। ਮਤਲਬ ਜੇ ਤੁਹਾਡੀ ਪਸੰਦ ਇਹ ਆ ਕਿ ਕੱਲ੍ਹ ਨੂੰ ਨਿਆਣੇ ਸਾਡੀ ਸਹਿਮਤੀ ਨਾਲ ਆਪਣੀ ਜ਼ਿੰਦਗੀ ਦੇ ਕੋਈ ਫੈਸਲੇ ਲੈਣ, ਤਾਂ ਮੈਨੂੰ ਲੱਗਦਾ ਤੁਹਾਨੂੰ ਖੁੱਲ੍ਹ ਕੇ ਕਹਿਣਾ ਚਾਹੀਦਾ ਹੈ, ਇਹ ਚੀਜ਼ ਨੂੰ ਤੁਹਾਨੂੰ ਬੋਲਣਾ ਚਾਹੀਦਾ। ਬਹੁਤ ਸਾਰੇ ਪੇਰੈਂਟਸ ਇਸ ਡਰ ਦੇ ਮਾਰੇ ਹੀ ਨਹੀਂ ਕਹਿੰਦੇ ਵੀ ਲੋਕ ਸਾਨੂੰ ਕਹਿਣਗੇ ਵੀ ਇਹ ਤਾਂ ਨੈਰੋ ਮਾਈਂਡਡ ਨੇ, ਇਹ ਤਾਂ ਪੁਰਾਣੇ ਖਿਆਲਾਤ ਦੇ ਨੇ, ਹੈ ਨਾ। ਤੁਸੀਂ ਮਾਂ ਪਿਓ ਹੋਣ ਦੇ ਨਾਤੇ ਆਪਣੀ ਰਾਏ ਖੁੱਲ੍ਹ ਕੇ ਨਿਆਣਿਆਂ ਸਾਹਮਣੇ ਰੱਖੋ। ਜਿਵੇਂ ਤੁਸੀਂ ਕਿਹਾ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ ਕਦੀ ਜ਼ਿੰਦਗੀ 'ਚ ਮਤਲਬ ਹੈ ਨਾ ਅਸੀਂ ਦੁਵਿਧਾ 'ਚ ਪਈਏ, ਉਹ ਚੀਜ਼ ਨਹੀਂ ਸਾਡੇ ਨਾਲ ਹੋਣੀ ਚਾਹੀਦੀ। ਇਹ ਤਾਂ ਉਹਨਾਂ ਨੂੰ ਕਹਿਣ ਤੋਂ ਡਰ ਵੀ ਨਹੀਂ ਹੋਣਾ ਚਾਹੀਦਾ। ਨਹੀਂ, ਡਰੇ ਨਹੀਂ ਅਸੀਂ ਤਾਂ।
ਇੱਕ ਚੀਜ਼ ਸੀ ਕਿ ਬੱਚਿਆਂ ਨੂੰ ਸਿਖਾਇਆ ਬਹੁਤ ਕੁਛ ਮੈਂ ਤਾਂ, ਕਿ ਬਿਠਾਇਆ ਈਵਨ ਦੈਨ ਕਿ ਅੱਜ ਵੀ ਮੈਂ ਕਦੀ ਕਿਸੇ ਨੂੰ ਕਹੂੰਗੀ ਤਾਂ ਮੈਂ ਇਹੀ ਕਹੂੰਗੀ ਕਿ ਤੁਸੀਂ ਬੱਚਿਆਂ ਨੂੰ ਸਿਖਾਓ ਜ਼ਰੂਰ। ਬੱਚਿਆਂ ਨੂੰ ਕੋਲ ਬਿਠਾਇਆ, ਬੱਚਿਆਂ ਨੂੰ ਆਪਣੇ ਘਰਾਂ ਦੇ ਹਾਲਾਤ ਦੱਸੇ, ਇਨਕਮ ਵੀ ਦੱਸੀ, ਘਰ ਦੀ ਸਥਿਤੀ ਵੀ ਦੱਸੀ। ਤਾਂ ਅਸਲ ਤੁਸੀਂ ਕੀ ਹੋ, ਅਸਲ ਤੁਸੀਂ ਕੀ ਹੋ, ਉਹ ਉਹਨਾਂ ਨੂੰ ਬਹੁਤ ਕਲੀਅਰ ਦੱਸੀ। ਅਸੀਂ ਹਾਰਡ ਵਰਕ ਕਰ ਰਹੇ ਹਾਂ, ਅਸੀਂ ਕੀ ਹਾਰਡ ਵਰਕ ਕਰ ਰਹੇ ਹਾਂ ਇਹ ਵੀ ਦੱਸਿਆ ਉਹਨਾਂ ਨੂੰ, ਕਿ ਅਸੀਂ ਇੱਥੋਂ ਇਹ ਕਰਦੇ ਹਾਂ ਤਾਂ ਆ ਰਿਹਾ, ਇਹ ਕਰਦੇ ਆ ਰਿਹਾ, ਆਹ ਅਸੀਂ ਪੇ ਕਰ ਰਹੇ ਹਾਂ, ਸਾਡੇ ਕੋਲ ਆਹ ਸੇਵ ਹੋ ਰਿਹਾ, ਤਾਂ ਆਪਾਂ ਇਹਦੇ ਵਿੱਚ ਚੱਲਣਾ ਆ। ਤਾਂ ਰੱਬ ਵੱਲੋਂ ਕਹਿ ਲਓ ਜਾਂ ਮੈਨੂੰ ਤਾਂ ਵਰਦਾਨ ਹੀ ਲੱਗਦਾ ਹੁੰਦਾ ਕਈ ਵਾਰੀ ਕਿ ਉਹਨਾਂ ਨੇ ਸਮਝਿਆ। ਕਈ ਵਾਰੀ ਇਹ ਲੱਗਦਾ ਹੁੰਦਾ ਕਿ ਬੱਚੇ ਜਿੱਦ ਕਰ ਰਹੇ ਨੇ ਕਿ ਹੁਣੇ ਆ ਚਾਹੀਦਾ ਤਾਂ ਮੈਂ ਤਾਂ ਪੈਰ ਤੁਰੂੰਗਾ, ਮੈਂ ਪੇਪਰ ਤਾਂ ਦਊਂਗਾ, ਮੈਂ ਆਹ ਕੰਮ ਤਾਂ ਕਰੂੰਗਾ। ਮਤਲਬ ਉਹ ਬੱਚੇ ਵਿਚਾਰੇ, ਮੈਂ ਕਹਿੰਦੀ ਹਾਂ ਕਿ ਉਹਨਾਂ ਨੇ ਕਦੀ ਤਾਂ ਇਹ ਕਿਹਾ ਹੋਵੇ ਵੀ ਆਹ ਬੈਠੇ ਆ ਸਾਨੂੰ ਚੀਜ਼ ਲਿਆ ਕੇ ਦਿਓ। ਸਗੋਂ ਮੈਂ ਬੇਟੇ ਨੂੰ ਕਿਹਾ, ਮੈਂ ਤੂੰ ਮੋਟਰਸਾਈਕਲ ਲੈਣਾ ਬੁਲਟ ਲੈ ਲਾ, ਕਹਿੰਦਾ ਨਾ ਜੀ ਆਪਾਂ ਸਕੂਟਰ ਲੈ ਜਾਂਦੇ ਘਰੋਂ, ਕਹਿੰਦਾ। ਮਤਲਬ ਕਿ ਉਹਨਾਂ ਨੇ, ਮਾਪਿਓ ਤਰਸਦੇ ਨੇ ਇਹੋ ਜਿਹੀ ਔਲਾਦ ਲਈ ਵੀ ਉਹਨਾਂ ਨੇ ਇਹ ਨਹੀਂ ਕਦੀ ਕਿਹਾ ਵੀ ਹੁਣ ਜ਼ਿੰਦਗੀ ਦੀ ਦੌੜ 'ਚ ਆ ਇੰਨਾ ਅੱਗੇ ਲੰਘ ਗਿਆ ਤੇ ਅਸੀਂ ਉਹਦੇ ਬਰਾਬਰ ਕਿਉਂ ਨਹੀਂ ਖੜੇ, ਸਾਨੂੰ ਲੈ ਕੇ ਦਿਓ। ਦਿਓ। ਵਿੱਚ ਸਾਰੀਆਂ ਸਹੂਲਤਾਂ ਸੀ। ਬੇਟੀ ਮੇਰੀ ਯੂਨੀਵਰਸਿਟੀ ਪੜ੍ਹ ਕੇ ਗਈ ਹੈ 5 ਸਾਲ, ਉੱਥੇ ਹੋਸਟਲ 'ਚ ਏਸੀ ਨਹੀਂ ਹੈ, ਉੱਜੇ ਰਹੀ। ਪਰ ਉਹਨੂੰ ਪਤਾ ਸੀ ਕਿ ਅਸੀਂ ਪੀਜੀ ਨਹੀਂ ਲੈ ਕੇ ਦੇਣਾ। ਉਹਨੂੰ ਪਤਾ ਸੀ ਕਿ ਪੀਜੀ ਨਹੀਂ ਲੈ ਕੇ ਦੇਣਾ, ਕਿਉਂਕਿ ਸਾਨੂੰ ਜਦੋਂ ਅਸੀਂ ਐਡਮਿਸ਼ਨ ਕਰਾਣੀ ਸੀ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਚੰਡੀਗੜ੍ਹ ਨਾ ਭੇਜੋ, ਹੈ ਨਾ। ਫਿਰ ਅਸੀਂ ਇਸ 'ਤੇ ਭੇਜਿਆ ਕਿ ਨਹੀਂ, ਬੱਚੇ ਦੀ ਗਰੋਥ ਨਹੀਂ ਰੁਕਣੀ, ਆਪਣੇ ਬੱਚੇ 'ਤੇ ਵਿਸ਼ਵਾਸ ਕਰਨਾ ਪਊਗਾ। ਜੇ ਉਹਨੂੰ ਅਸੀਂ ਦੇਖਦੇ ਰਹੇ ਕਿ ਗਲਤ ਆ, ਨਹੀਂ ਇਹ ਗਲਤ ਹੋ ਜਾਊਗਾ, ਇਹ ਐਵੇਂ ਹੋ ਜਾਊਗਾ, ਤਾਂ ਉਹ ਨਹੀਂ ਹੋਣਾ ਤਾਂ ਵੀ ਹੋਊਗਾ। ਤਾਂ ਅਸੀਂ ਉਹਨੂੰ ਛੋੜਤਾ, ਹੋਸਟਲ ਮਿਲ ਗਿਆ, ਹੋਸਟਲ ਸਾਰਾ ਸਮਾਂ। ਉਸ ਬੱਚੇ ਨੇ ਕਦੀ ਇਹ ਨਹੀਂ ਕਿਹਾ ਕਿ ਮੈਨੂੰ ਗਰਮੀ ਲੱਗ ਰਹੀ ਆ। ਫਿਰ ਅਸੀਂ ਉਹਨੂੰ ਕੂਲਰ, ਫਿਰ ਉਹਨੇ ਲਾਸਟ ਈਅਰ 'ਚ ਸਾਲ ਉਹਨੂੰ ਬਾਈਕ ਲੈ ਕੇ ਦਿੱਤੀ, ਵੀ ਉਹਦਾ ਨਹੀਂ ਸੀ ਸਾਰਿਆ, ਬਾਈਕ ਲੈ ਕੇ ਦਿੱਤੀ, ਕੂਲਰ ਲੈ ਕੇ ਦਿੱਤਾ। ਅੱਗੋਂ ਦਾਨੀ ਮਹਾਂਪੁਰਖ ਸਾਡੇ ਇੰਨੇ ਆ ਵੀ ਉਹ ਹੋਸਟਲ ਦਾ ਸਮਾਨ ਹੀ ਕਦੀ ਘਰ ਨਹੀਂ ਲੈ ਕੇ ਆਏ। ਉਹ ਕਹਿੰਦੇ ਇਹਦਾ ਕੀ ਲੈ ਕੇ ਜਾਣਾ, ਉਹ ਦਾਨ ਕਰ ਆਉਂਦੇ। ਮਤਲਬ ਕਿ ਬੜੀਆਂ ਛੋਟੀਆਂ ਛੋਟੀਆਂ ਘਟਨਾਵਾਂ ਨੇ ਜਿਹੜੀਆਂ ਮੈਨੂੰ ਲੱਗਦਾ ਕਿ ਉਹ ਆ। ਇੱਕ ਵਾਰੀ ਅਸੀਂ ਰਾੜਾ ਸਾਹਿਬ ਗੁਰਦੁਆਰੇ ਚਲੇ ਗਏ, ਬਹੁਤ ਛੋਟੀ ਸੀ, ਜਿਹੜੀ ਬੇਟੀ ਆ ਸਾਡੀ ਬਹੁਤ ਜ਼ਿਆਦਾ ਹੈ, ਉਹਦਾ ਤਾਂ ਬਹੁਤ ਜ਼ਿਆਦਾ, ਉਹਨੂੰ ਹਰ ਇੱਕ ਚੀਜ਼ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਨਹੀਂ, ਉਹਨੂੰ ਕਿਸੇ ਨਾਲ ਕੋਈ ਪ੍ਰੋਬਲਮ ਨਹੀਂ, ਮਤਲਬ ਕਿਸੇ ਨਾਲ ਉਹਦੀ ਕੋਈ ਲੜਾਈ ਨਹੀਂ ਆ, ਬਹੁਤ ਪੋਜ਼ਿਟਿਵ ਆ। ਮਤਲਬ ਉਹ ਕਈ ਇੱਕੋ ਗੱਲ ਕਹਿੰਦੀ ਹੁੰਦੀ ਆ ਕਿ ਮੈਂ ਤੁਹਾਨੂੰ ਗਰੋ ਕਰਦੇ ਵੇਖਿਆ ਵੀ ਬੰਦਾ ਕਿਤੋਂ ਕਿਤੇ ਪਹੁੰਚ ਸਕਦਾ। ਬਿਲਕੁਲ। ਔਰ ਜਦੋਂ ਤੁਸੀਂ ਆਪਣੀ ਅਸਲੀਅਤ ਨਿਆਣਿਆਂ ਨੂੰ ਦਿਖਾਓਗੇ ਨਾ, ਮੈਨੂੰ ਲੱਗਦਾ ਤੁਹਾਨੂੰ ਬੋਲ ਕੇ ਸਿਖਾਉਣ ਦੀ ਜ਼ਰੂਰਤ ਹੀ ਨਹੀਂ ਪਊਗੀ। ਉਹ ਹਮੇਸ਼ਾ ਹੀ ਗੱਲ ਕੋਟ ਕਰਦੀ ਹੈ ਕਿ ਮੈਂ ਵੇਖਿਆ, ਜੇ ਤੁਸੀਂ ਇੱਥੇ ਕਰਤਾ ਅਸੀਂ ਵੀ ਕਰ ਲਾਂਗੇ। ਮਤਲਬ ਉਹਦੇ 'ਚ ਹਾਲੇ ਵੀ ਇਹ ਇੱਛਾ ਨਹੀਂ ਆ ਕਿ ਮੇਰਾ ਜਿਹੜਾ ਮਤਲਬ ਫੈਮਿਲੀ ਅਗਲੀ ਹੋਵੇ, ਉਹ ਕੋਈ ਵੀ ਬਹੁਤ ਲੈਵਿਸ਼ਲੀ ਹੋਵੇ ਜਾਂ ਇਸ ਤਰ੍ਹਾਂ ਦਾ। ਉਹਨੂੰ ਇਹ ਲੱਗਦਾ ਕਿ ਜਿਹੜਾ ਉਹ ਵੀ ਘਰ ਬਣਾਉਣਾ, ਉਹ ਜਿਵੇਂ ਤੁਸੀਂ ਹਾਰਡ ਵਰਕ ਕਰਕੇ ਬਣਾਇਆ, ਮੈਂ ਵੀ ਬਣਾਉਣਾ, ਅਸੀਂ ਬਣਾ ਲਾਂਗੇ। ਮਤਲਬ ਉਹਨੂੰ ਹਾਲੇ ਵੀ ਉਹਦੀ ਇਹ ਆ ਕਿ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਬੇਟਾ ਸ਼ਾਰਟਕਟ ਨਾ ਮਾਰੇ, ਸ਼ਾਰਟਕਟ ਦੇ ਵਿੱਚ ਔਖਾ ਹੋ ਜਾਂਦਾ। ਇੱਕ ਬੇਈਮਾਨੀ ਦਾ ਪੈਸਾ, ਇਹ ਦੋ ਚੀਜ਼ਾਂ ਤੋਂ ਬਚਣਾ। ਇਮਾਨਦਾਰੀ ਨਾਲ ਮਿਹਨਤ ਕਰੋਗੇ ਫਲ ਪਊ, ਸ਼ਾਰਟਕਟ ਨਾ ਮਾਰੋਗੇ। ਸ਼ਾਰਟਕਟ ਦੀ ਜਿਹੜੀ ਜਿੱਤ ਹੁੰਦੀ ਹੈ ਬਹੁਤੀ ਦੇਰ ਟਿਕਦੀ ਨਹੀਂ। ਹੁਣ ਜੇ ਅਸੀਂ ਕਹੀਏ ਵੀ ਸਾਡੀ ਜ਼ਿੰਦਗੀ ਦਾ ਕੁੱਲ ਜਿਹੜਾ ਹੈ ਹਿੱਸਾ ਆ, ਉਹਦੇ 'ਚ ਅਸੀਂ ਇੱਕ ਦੂਜੇ ਨੂੰ ਕੋਆਪਰੇਟ ਕੀਤਾ, ਉਹਨਾਂ ਨੇ ਸਾਨੂੰ ਦੇਖਿਆ, ਉਹਨਾਂ ਨੇ ਵੀ ਆਪਸ 'ਚ ਕੀਤਾ, ਤਾਂ ਉਹਨਾਂ ਨੇ ਸਾਨੂੰ ਵੀ ਕੀਤਾ ਕੋਆਪਰੇਟ। ਵੀ ਸਾਡੇ ਦਾ ਜਿੱਦ ਨਹੀਂ ਕੀਤੀ ਕੋਈ ਕਦੀ। ਹੁਣ ਅੱਜ ਉਹ ਬਾਹਰ ਬੈਠੇ ਆ, ਸਾਰੇ ਬਹੁਤ ਬਿਜੀ ਆ, ਮਤਲਬ ਪਰ ਫਿਰ ਵੀ ਦਿਨ 'ਚ 2 ਵਾਰੀ ਕੰਪਲਸਰੀ ਆ ਫੋਨ। ਮੈਂ ਘਰ ਤੋਂ ਚੱਲਿਆ, ਮੈਂ ਦੱਸਣਾ ਆ, ਮੈਂ ਘਰ ਆ ਗਿਆ, ਮੈਂ ਦੱਸਣਾ ਆ, ਮੈਂ ਠੀਕ ਆ, ਮੈਂ ਦੱਸਣਾ ਆ। ਮਤਲਬ ਉਹ ਕਿੱਥੋਂ ਆਇਆ ਆ, ਇੱਥੋਂ ਆਇਆ। ਇੰਡੀਆ 'ਚ ਹੋਸਟਲ ਸੀ, ਦਿਨ ਦੇ 4 ਵਾਰੀ ਵੀ ਮੈਂ ਫੋਨ ਕਰਦੀ ਸੀ, 5 ਵਾਰੀ ਕਰਦੀ, ਕਿ ਬੱਚੇ ਨੂੰ ਤੋੜਨਾ ਨਹੀਂ, ਆਪਣੇ ਨਾਲ ਨੂੰ ਜੋੜਨਾ ਆ। ਤਾਂ ਉਹ ਜੋੜਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਸਾਨੂੰ ਕੋਈ ਮੁਸ਼ਕਲ ਆਈ ਆ, ਤਾਂ ਉਹਨਾਂ ਨੂੰ ਵੀ ਨਹੀਂ ਕੋਈ ਆਈ। ਅੱਜ ਉਹ ਰੱਬ ਦਾ ਮੇਰਾ ਕੀ ਠੀਕ ਆ, ਬਹੁਤ ਅੱਛੇ ਆ। ਹੁਣ ਤੱਕ ਦੀ ਜਿੰਨੀ ਜ਼ਿੰਦਗੀ ਤੁਸੀਂ ਜਿਉਈ ਹੈ, ਉਹਦੇ ਲਈ ਸੰਤੁਸ਼ਟ ਹੋ ਕਿ ਹਾਂ ਅਸੀਂ ਇੱਕ ਦੂਜੇ ਦੇ ਸਾਥ ਨਾਲ ਵਧੀਆ ਕੱਢੀ ਆ, ਜਾਂ ਇਹ ਕਦੀ ਕਦੀ ਹੋ ਜਾਂਦਾ ਵੀ ਇਸ ਤੋਂ ਬਿਹਤਰ ਵੀ ਕੱਢ ਸਕਦੇ ਸੀ? ਮੈਨੂੰ ਲੱਗਦਾ ਕਿ ਅਸੀਂ ਹਰ ਰੋਜ਼ ਇੱਕ ਦੂਜੇ ਨੂੰ ਇਹੀ ਗੱਲ ਕਹਿੰਦੇ ਹਾਂ ਕਿ ਸਾਡੇ ਕੋਲ ਕੁਛ ਨਹੀਂ ਹੈਗਾ ਰੱਬ ਤੋਂ ਵੀ ਮੰਗਣ ਲਈ, ਵੀ ਅਸੀਂ ਆਪਣੀ ਲਾਈਫ 'ਚ ਇੰਨੇ ਸੰਤੁਸ਼ਟ ਆ। ਸ਼ੁਕਰਾਨਾ, ਬਹੁਤ ਰੱਬ ਦਾ ਸ਼ੁਕਰ। ਸਾਡੇ ਕੋਲ ਸੱਚਮੁੱਚ ਹੈ ਨਹੀਂ ਕੁਛ ਵੀ ਕਿ ਅਸੀਂ ਰੱਬ ਦੇ ਦਰ ਤੋਂ ਗਏ ਕਿ ਰੱਬ ਹੋਰ ਕੁਛ ਦੇ ਸਾਨੂੰ। ਮੈਨੂੰ ਲੱਗਦਾ ਵੀ ਜੋ ਕੁਛ ਮਿਲਿਆ, ਬਹੁਤ ਕੁਛ ਮਿਲਿਆ।
ਇਹਦੇ ਤੋਂ ਚੰਗੇ ਦਾ ਸੁਪਨਾ ਤਾਂ ਜਿੱਥੇ ਜੇ ਹੁੰਦੀ ਆ ਉੱਥੇ ਕੁਝ ਵੀ ਨਹੀਂ ਹੁੰਦਾ ਅੱਗੇ। ਤੇ ਫਿਰ ਮੈਂ ਕਿਉਂ ਸੁਪਨਾ ਦੇਖਾਂ ਵੀ ਜੇ ਇਹ ਹੁੰਦਾ, ਜਦੋਂ ਜੇ ਹੋਣਾ ਹੀ ਨਹੀਂ ਤਾਂ ਕਿਉਂ ਨਹੀਂ ਕਿ ਜੋ ਮੇਰੇ ਪਲ ਮੇਰੇ ਕੋਲ ਆ ਦੇਖੋ ਮਾਂ ਮੈਂ ਉਹਨਾਂ ਪਿਓ ਨੂੰ ਖੁਸ਼ ਕਰਾਂ। ਨੇ, ਜਿੱਥੋਂ ਉਹ ਉਹਨਾਂ ਦੀ ਜ਼ਿੰਦਗੀ ਸੀ ਉੱਥੋਂ ਬੈਟਰ ਹਾਲਾਤਾਂ 'ਚ ਬੈਟਰ ਬੈਠੇ ਚ ਆ ਨੇ, ਕੇ। ਹੈ ਨਾ। ਜਿਵੇਂ ਇੱਕ ਬਜ਼ੁਰਗ ਨੂੰ ਹੁੰਦਾ ਹੈ ਸੰਭਾਲਣਾ, ਉਸ ਤਰ੍ਹਾਂ ਉਹ ਸੰਭਲੇ ਹੋਏ ਨੇ, ਬੱਚੇ ਸੰਭਲੇ ਹੋਏ ਨੇ, ਅਸੀਂ ਆਪਣੇ ਆਪ ਸੰਭਲੇ ਹੋਏ ਆ, ਰਿਸ਼ਤੇ ਸੰਭਾਲੇ ਹੋਏ ਆ, ਰਿਸ਼ਤੇ ਸੰਭਾਲੇ ਹੋਏ ਆ, ਤੇ ਤੁਹਾਡੇ ਕੋਲ ਰਿਸ਼ਤਿਆਂ 'ਚ ਕਿੰਤੂ ਪਰੰਤੂ ਨਹੀਂ ਆ। ਤੇ ਇਸ ਹਨਾ? ਕਰਕੇ ਉਹ ਚੱਲੀ। ਤਾਂ ਰਿਸ਼ਤੇ ਵੀ ਦੇਣ ਲੈਣ ਦੇ ਮੁਹਤਾਜ ਨਹੀਂ ਆ ਕਿ ਉਹਨਾਂ ਨੂੰ ਇੱਕ ਅਸੀਂ ਪਿਆਰ ਨਾਲ ਮੁਹੱਬਤ ਨਾਲ ਸਿਰਜਿਆ ਹੋਇਆ ਸਮਾਜਿਕ ਚੌਧਰ ਦੀ ਭੁੱਖ ਹੈ ਭੁੱਖ ਨਹੀਂ ਆ। ਉਹ ਸਾਨੂੰ ਹੈ ਨਹੀਂ ਨਾ ਵੀ ਮੈਂ ਇੱਥੇ ਪ੍ਰਧਾਨ ਬਣਨਾ, ਉੱਥੇ ਬਣਨਾ, ਕਲੱਬ ਦਾ ਬਣਨਾ, ਮੰਦਰ ਦਾ, ਉਧਰ ਅਸੀਂ ਕਦੀ ਗਏ ਹੀ ਨਹੀਂ, ਉਹ ਸਾਡਾ ਉਹ ਸੋਚਿਆ ਹੀ ਨਹੀਂ ਆ। ਮਤਲਬ ਤੁਸੀਂ ਦੇਖੋਗੇ ਆਪਾਂ ਇੱਕ ਪਾਥ ਚੁਣਿਆ, ਉਹਦੇ ਤੇ ਚੱਲੇ, ਉਹਦੇ 'ਚ ਸੰਤੁਸ਼ਟੀ ਲੱਭੀ, ਤਾਂ ਫਿਰ ਮੈਂ ਕਹਾਂ ਮੇਰਾ ਬਹੁਤ ਵੱਡਾ ਘਰ, ਮੇਰੇ ਘਰ 'ਚ ਜਹਾਜ਼ ਉਤਰਨਾ ਚਾਹੀਦਾ ਆ, ਤਾਂ ਫਿਰ ਤਾਂ ਕੋਈ ਮੈਨੂੰ ਨਹੀਂ ਲੱਗਦਾ ਮੀਨਿੰਗ ਹੋਊਗਾ ਲਾਈਫ ਦਾ, ਕੋਈ ਮੀਨਿੰਗ ਹੋਊਗਾ। ਫਿਰ ਤਾਂ ਇਹ ਮੀਨਿੰਗ ਹੋ ਗਿਆ ਕਿ ਆ ਵੀ ਆ ਜਾਵੇ, ਆ ਵੀ ਆ ਜੇ, ਆ ਵੀ ਆ ਜੇ, ਤਾਂ ਜਿਹੜੀ ਜ਼ਿੰਦਗੀ ਉਹਦਾ ਮਾਇਨਾ ਕਿੱਥੇ ਗਿਆ। ਅੱਜ ਦੇ ਦੌਰ 'ਚ ਲੋੜਾਂ ਪੂਰੀਆਂ ਹੋ ਰਹੀਆਂ ਨੇ, ਤੁਹਾਡਾ ਤਾਣਾ ਕਿੱਥੇ ਗਿਆ ਮਾਇਨਾ? ਆਪਾਂ ਜ਼ਿੰਦਗੀ ਦੇ ਮਾਇਨੇ ਲੱਭਦੇ ਆ ਵੀ ਜ਼ਿੰਦਗੀ ਹੈ ਕੀ ਆ, ਜ਼ਿੰਦਗੀ ਆ ਚੀਜ਼ਾਂ 'ਚ ਤਾਂ ਹੈ ਨਹੀਂ। ਨਹੀਂ ਤਾਂ ਬਹੁਤ ਸਾਰੇ ਪਤੀ ਪਤਨੀ ਮੈਨੂੰ ਲੱਗਦਾ ਕੰਪੈਰੀਜ਼ਨ ਹੀ ਕਰਦੇ ਰਹਿੰਦੇ ਨੇ ਵੀ ਮੇਰੇ ਭਰਾ ਦਾ ਘਰ ਤਾਂ ਇਹੋ ਜਿਹਾ ਹੈ ਨਾ, ਉਹਦੀ ਵਾਈਫ ਤਾਂ ਇੰਨਾ ਵਧੀਆ ਕੰਮ ਕਰਦੀ ਆ, ਆਹ ਕਮਾਉਂਦੀ ਆ ਤੇ ਆਹ ਬਣਾਉਂਦੀ ਆ, ਜਾਂ ਵਾਈਫ ਵੀ ਕਈ ਵਾਰ ਕਰਦੀ ਹੁੰਦੀ ਮੇਰੀ ਫਲਾਣੀ ਭੈਣ ਤਾਂ ਬਹੁਤ ਸੁਖੀ ਆ, ਮੇਰਾ ਫਲਾਣਾ ਜਿਹੜਾ ਪਰਿਵਾਰ ਆ ਉਹ ਤਾਂ ਇਦਾਂ ਇੱਕ ਦੂਜੇ ਨੂੰ ਟਰੀਟ ਕਰਦਾ। ਇਹ ਜਿਹੀਆਂ ਚੀਜ਼ਾਂ ਫਿਰ ਤਾਂ ਮੈਨੂੰ ਲੱਗਦਾ ਆਪਾਂ ਜੀ ਨਹੀਂ ਪਾਵਾਂਗੇ। ਕੰਪੈਰੀਜ਼ਨ ਦੀ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਨਾ ਵੀ ਉਸ ਕੰਪੈਰੀਜ਼ਨ ਦੇ ਵਿੱਚ ਤਾਂ ਦੁਨੀਆ ਦੇ ਵਿੱਚ ਅੰਬਾਨੀ ਉਹਨੂੰ ਲੜੀ ਜਾਂਦੇ ਨੇ ਕਿ ਮੈਂ ਵੱਡਾ ਕਿ ਤੂੰ ਵੱਡਾ, ਸੈਟੀਸਫਾਈਡ ਹੋ ਵੀ ਨਹੀਂ ਆ, ਸੈਟੀਸਫਾਈਡ ਉਹ ਨਹੀਂ ਹੈਗਾ, ਹੈ ਨਾ। ਉਸ ਤਰ੍ਹਾਂ ਦਾ ਕੋਈ ਵੀ ਸੈਟੀਸਫਾਈਡ ਨਹੀਂ ਹੋ ਰਿਹਾ, ਨਾ ਦੇਸ਼ ਹੋ ਰਹੇ ਨੇ, ਨਾ ਲੋਕ ਹੋ ਰਹੇ ਨੇ। ਤਾਂ ਤੁਹਾਡੇ ਬਖਸ਼ਿਸ਼ ਹੈ ਪਰਮਾਤਮਾ ਦੀ, ਤੁਹਾਡੇ ਅੰਦਰ ਜੇ ਟਿਕਾ ਜਾਂ ਠਹਿਰਾ ਆ ਜਾਂਦਾ ਹੈ ਚੀਜ਼ਾਂ ਨੂੰ ਲੈ ਕੇ, ਜਾਂ ਤੁਸੀਂ ਆਪਣੇ ਪਿੱਛੇ ਨਜ਼ਰ ਮਾਰ ਕੇ ਦੇਖਦੇ ਹੋ ਕਿ ਮੈਂ ਕਿੱਥੋਂ ਸੀ ਤੇ ਕੀ ਆ, ਫਿਰ ਤਾਂ ਤੁਹਾਨੂੰ ਬਹੁਤ ਕੁਝ ਮਿਲ ਜਾਂਦਾ ਲੱਭਣ ਨੂੰ। ਜੇ ਤੁਸੀਂ ਅੱਗੇ ਅੱਗੇ ਵੇਖੀ ਜਾਂਦੇ ਹੋ, ਮੈਨੂੰ ਲੱਗਦਾ ਫਿਰ ਇਹ ਨਹੀਂ ਹੈਗਾ ਵੀ ਅੱਗੇ ਨਹੀਂ ਦੇਖਣਾ ਚਾਹੀਦਾ, ਦੇਖਣਾ ਚਾਹੀਦਾ। ਗਰੋਥ ਤਾਂ ਹੀ ਹੋਏਗੀ ਜੇ ਆਪਾਂ ਅੱਗੇ ਸੁਪਨਾ ਲਵਾਂਗੇ, ਬਟ ਉਹਦੇ ਲਈ ਫਰਸਟ੍ਰੇਟ ਹੋਣਾ, ਮਿਹਨਤ ਕਰਨੀ ਵੱਖਰੀ ਗੱਲ ਹੈ, ਉਹ ਕਰੋ। ਜੇ ਚੀਜ਼ ਕਰੀ ਜਾਂਦੇ ਕਰੀ ਜਾਓ। ਜੇ ਉਹਦੇ ਫਰਸਟ੍ਰੇਟ ਹੋਈਏ, ਜੈਲਸੀ ਕਰੀਏ ਲੋਕਾਂ ਨਾਲ, ਸਾਨੂੰ ਕਿਸੇ ਨਾਲ ਕੋਈ ਜੈਲਸੀ ਨਹੀਂ। ਲਾਲਚ ਤੇ ਇੱਛਾ 'ਚ ਫਰਕ ਹੋਣਾ ਚਾਹੀਦਾ। ਹਾਂ, ਮਤਲਬ ਕਿ ਜਿਹੜਾ ਲਾਲਚ ਹੈ ਉਹ ਹੋਰ ਹੈ। ਲਾਲਚ ਜਿਹੜਾ ਹੈ ਫਿਰ ਤੁਹਾਨੂੰ ਗਲਤ ਕੰਮ ਕਰਨ ਲਈ ਮਜਬੂਰ ਕਰੇਗਾ। ਜਿਵੇਂ ਆਪਾਂ ਕਹਿੰਦੇ ਹਾਂ ਬੰਦਾ ਭ੍ਰਿਸ਼ਟਾਚਾਰੀ ਹੋ ਗਿਆ, ਉਹ ਹੋ ਗਿਆ, ਉਹ ਹੋ ਗਿਆ, ਠੱਗੀ ਠੋਰੀ ਕਰਨ ਲੱਗ ਗਿਆ, ਉਹ ਫਿਰ ਹੋਰ ਚੀਜ਼ਾਂ ਹੋ ਜਾਂਦੀਆਂ ਨੇ। ਅੱਜ ਦੇ ਦੌਰ ਦੇ ਵਿੱਚ ਜੇ ਤੁਸੀਂ ਮਤਲਬ ਕਿ ਮਿਹਰ ਪਰਮਾਤਮਾ ਦੀ ਬਣੀ ਰਵੇ ਤੁਹਾਡੇ ਦੇ ਉੱਤੇ, ਤੁਸੀਂ ਕਿਸੇ ਦਾ ਦੇਣਾ ਲੈਣਾ ਨਹੀਂ, ਆਪਣੀ ਰੋਟੀ ਖਾ ਕੇ 7:30 ਵਜੇ 9 ਵਜੇ ਸੌਂ ਜਾਣਾ, ਤੇ ਤੁਹਾਡੇ ਵਰਗਾ ਅਮੀਰ ਕੌਣ ਹੈ? ਬਿਲਕੁਲ। ਪਤਨੀਆਂ ਦੀ ਜ਼ਿੰਦਗੀ ਤਾਂ ਸਾਰਿਆਂ ਨੂੰ ਹੀ ਪਤਾ ਹੁੰਦੀ ਹੈ ਨਾ ਵੀ ਉਹ ਕਿੰਨਾ ਮਤਲਬ ਘਰ ਵੀ ਸੰਭਾਲਦੀਆਂ ਨੇ, ਹੁਣ ਉਹ ਬਾਹਰ ਵੀ ਕੰਮ ਕਰਦੀਆਂ ਨੇ ਤੇ ਸੰਭਾਲਦੀਆਂ ਨੇ, ਬਹੁਤ ਸਾਰੇ ਮੁੱਦਿਆਂ 'ਤੇ ਉਹ ਨਾ ਚਾਹੁੰਦੇ ਵੀ ਸਮਝੌਤੇ ਕਰ ਲੈਂਦੀਆਂ ਨੇ, ਜਾਂ ਕਈ ਵਾਰੀ ਇਹ ਹੁੰਦਾ ਕਿ ਉਹ ਤੁਹਾਡੀ ਫਿਤਰਤ ਹੀ ਬਣ ਜਾਂਦੀ ਹੈ ਨਾ ਕਿ ਮੈਂ ਸਮਝੌਤਾ ਕਰ ਹੀ ਲੈਣਾ। ਪਰ ਸਰ ਇੱਕ ਚੰਗੇ ਵਿਆਹੁਤਾ ਜ਼ਿੰਦਗੀ ਲਈ ਇੱਕ ਮਤਲਬ ਆਦਮੀ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ ਵਿਆਹ ਤੋਂ ਬਾਅਦ? ਆਦਮੀ ਦੀ ਭੂਮਿਕਾ ਤਾਂ ਇਹੀ ਹੈ ਮੇਨ ਵੀ, ਜਿਹੜੀ ਜਾਂ ਤਾਂ ਬੰਦਾ ਇਸ ਪਾਥ ਨੂੰ ਚੁਣੇ ਨਾ, ਜੇ ਚੁਣੇ ਤਾਂ ਫਿਰ ਉਹਨੂੰ ਉਸ ਦੇ ਵਿੱਚ ਮਤਲਬ ਕਿ ਆਪਣੇ ਆਪ ਨੂੰ ਪੂਰੀ ਤਰ੍ਹਾਂ ਇਨਵੋਲਵ ਕਰਨਾ ਚਾਹੀਦਾ। ਕਈ ਵਾਰੀ ਇਹ ਹੁੰਦਾ ਕਿ ਵਿਆਹ ਕਰਵਾ ਲੈਂਦੇ ਆਪਾਂ, ਫਿਰ ਮੁੜ ਕੇ ਪਰਿਵਾਰਕ ਜ਼ਿੰਮੇਵਾਰੀ ਤੋਂ ਭੱਜਦੇ ਹਾਂ, ਕਿਉਂਕਿ ਤੁਹਾਨੂੰ ਆਪਣੀਆਂ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਕਰਟੇਲ ਕਰਨੀਆਂ ਪੈਣਗੀਆਂ। ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚੋਂ ਜੇ ਤੁਸੀਂ ਕਹੋ ਮੈਂ ਵਿਆਹ ਵੀ ਕਰਾਵਾਂ ਅਤੇ ਉਹ ਤੋਂ ਬਾਅਦ ਮੈਂ ਉਵੇਂ ਹੀ ਤੁਰਿਆ ਫਿਰਦਾ ਵੀ ਬਾਹਰ ਰਹਾਂ, ਕੋਈ ਘਰ ਦੀ ਜ਼ਿੰਮੇਵਾਰੀ ਵੀ ਨਾ ਨਿਭਾਵਾਂ, ਅਤੇ ਜਿਹੜੀਆਂ ਤੁਹਾਡੀਆਂ ਸਮਾਜਿਕ ਜ਼ਿੰਮੇਵਾਰੀਆਂ, ਜਿਵੇਂ ਆਪਣੇ ਕਹਿੰਦੇ ਹੁੰਦੇ ਨੇ ਵੀ ਵਿਆਹ ਤੋਂ ਇੱਕ ਵਾਰੀ ਆਪੇ ਸਿੱਧਾ ਹੋ ਜਾਊਗਾ, ਹੈ ਨਾ, ਉਹ ਸਿੱਧਾ ਤਾਂ ਹੋ ਹੀ ਜਾਂਦਾ ਬੰਦਾ, ਮੈਨੂੰ ਲੱਗਦਾ, ਕਿਉਂਕਿ ਉਹਨੂੰ ਬਾਕੀ ਡਿਪੈਂਡ ਕਰਦਾ ਕਿ ਉਹਨੂੰ ਸਿੱਧਾ ਕਰਨ ਵਾਲਾ ਅਤੇ ਮਾਹੌਲ ਘਰ ਦਾ। ਜੇ ਕਈ ਵਾਰੀ ਮਾਹੌਲ ਘਰ ਦੇ ਵਿੱਚ ਇਹੋ ਜਿਹਾ ਮਿਲੂਗਾ, ਫਿਰ ਬੰਦਾ ਬਾਹਰ ਰਹਿਣਾ ਅਵੋਇਡ ਕਰੇਗਾ, ਘਰ ਨਹੀਂ ਆਏਗਾ, ਫਿਰ ਬਾਹਰ ਨੂੰ ਭੱਜੇਗਾ, ਉਹ ਵੱਧ ਤੋਂ ਵੱਧ ਟਾਈਮ ਬਾਹਰ ਬਿਤਾਏਗਾ। ਫਿਰ ਉਹ ਬਾਹਰ ਬਿਤਾਏਗਾ ਟਾਈਮ, ਫਿਰ ਉਹ ਬੰਦਾ ਜਿਵੇਂ ਆਪਾਂ ਕਹਿੰਦੇ ਕਿ ਕੋਈ ਸ਼ਰਾਬ ਪੀਣ ਲੱਗ ਗਿਆ, ਕੋਈ ਹੋਰ ਕੰਮ ਕਰਨ ਲੱਗ ਗਿਆ, ਉਹ ਫਿਰ ਤਾਂ ਹੀ ਆਉਂਦਾ ਕਿ ਜਦੋਂ ਉਸ ਮਾਹੌਲ ਤੋਂ ਭੱਜਣਾ ਸ਼ੁਰੂ ਹੁੰਦਾ। ਜੇਕਰ ਉਹਨੂੰ ਮਾਹੌਲ ਸੁਖਾਵਾਂ ਮਿਲੇਗਾ ਤਾਂ ਮੈਨੂੰ ਲੱਗਦਾ ਉਹ ਉਹੀ ਜਿਵੇਂ ਅਸੀਂ ਸਾਰੇ ਹੀ ਲੋਕ ਹਾਂ, 10 ਮਿੰਟ 'ਚ ਅਸੀਂ ਘਰੇ ਆ ਜਾਂਦੇ ਹਾਂ, ਉਹ ਦੂਜੇ ਦਿਨ ਤੱਕ ਜਾਂਦੇ ਹੀ ਨਹੀਂ ਕਿਤੇ।
ਹੈ ਨਾ। ਕੋਵਿਡ ਹੋਇਆ ਸੀ 3 ਮਹੀਨੇ ਘਰ ਦਾ ਦਰਵਾਜ਼ਾ ਹੀ ਟੱਪ ਕੇ ਦੇਖਿਆ ਸੀ, 4 ਮਹੀਨੇ ਬਾਹਰਲੇ ਪਾਸੇ ਸਬਜ਼ੀ ਲਿਆਂਦੇ ਸੀ 3-4 ਦਿਨ ਦੀ ਇਕੱਠੀ ਹੋਵਾ ਬੈਠੇ, ਇੱਥੋਂ ਉਹ ਦਰਵਾਜ਼ਾ ਵੀ ਨਹੀਂ ਖੋਲ੍ਹਦੇ, ਛੱਤ 'ਤੇ ਚਲੇ ਗਏ, ਹੇਠ ਆ ਕੇ ਛੱਤ 'ਤੇ ਚਲੇ ਗਏ, ਹੇਠ ਆ ਗਏ। ਮਤਲਬ ਘਰ ਦਾ ਮਾਹੌਲ ਜਿਹੜਾ ਆ ਉਹ ਬਹੁਤ ਵਿਸ਼ੇਸ਼ ਤੌਰ ਤੇ ਮਹੱਤਵਪੂਰਨ ਕਿ ਸਾਡੇ ਘਰ ਦੇ ਵਿੱਚ ਜਿਵੇਂ ਨਾ ਘਰ ਦੇ ਵਿੱਚ ਜੀ ਲੱਗਣਾ ਇੰਪੋਰਟੈਂਟ ਹੈ। ਘਰ ਦੇ ਅੰਦਰ ਜੇ ਤੁਹਾਡਾ ਜੀ ਲੱਗਦਾ ਨਾ ਫਿਰ ਤੁਹਾਨੂੰ ਬਾਹਰ ਭੱਜਣ ਦੀ ਲੋੜ ਨਹੀਂ ਪੈਂਦੀ, ਘਰ ਦੇ ਅੰਦਰ ਜੀ ਲੱਗਦਾ। ਸਾਨੂੰ ਵੈਸੇ ਬਹੁਤੇ ਲੋਕ ਇਹ ਕਹਿੰਦੇ ਕਿ ਤੁਹਾਡਾ ਤਾਂ ਸਦਾ ਹੀ ਕੋਵਿਡ ਸੀ, ਤੁਸੀਂ ਘਰ ਦੇ ਅੰਦਰ ਸੀ, ਜਾਂ ਇਹ ਕਹਿ ਦਿੰਦੇ ਕਿ ਜਦੋਂ ਤੁਸੀਂ ਦੋਨੋਂ ਹੁੰਦੇ ਤੁਹਾਨੂੰ ਕਿਸੇ ਤੀਜੇ ਦੀ ਲੋੜ ਨਹੀਂ ਪੈਂਦੀ, ਤੇ ਤੁਸੀਂ ਆਉਂਦੇ ਨਹੀਂ ਹੋ, ਬਹੁਤ ਘੱਟ ਅਸੀਂ ਬਾਹਰ ਮਤਲਬ ਮੂਵ ਕਰਦੇ ਹਾਂ। ਇੱਕ ਅਖੀਰੀ ਸਵਾਲ ਮੈਂ ਤੁਹਾਨੂੰ ਕਰਦੀ ਹਾਂ ਨਾ, ਵੀ ਵਿਆਹ ਤੋਂ ਬਾਅਦ ਕੁੜੀਆਂ ਨੂੰ ਪਛਤਾਵਾ ਨਾ ਹੋਵੇ ਵੀ ਮੈਂ ਇਹ ਕਿਹੜਾ ਸਟੈਪ ਲੈ ਲਿਆ ਜ਼ਿੰਦਗੀ ਦਾ, ਇਸ ਲਈ ਵਿਆਹ ਤੋਂ ਪਹਿਲਾਂ ਇੱਕ ਕੁੜੀ ਨੂੰ ਕੀ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ? ਮੈਨੂੰ ਤਾਂ ਲੱਗਦਾ ਕਿ ਆਪਣੇ ਆਪ ਨੂੰ ਹੀ ਦੇਖਣਾ ਚਾਹੀਦਾ ਪਹਿਲਾਂ, ਵੀ ਮੈਂ ਕਿਹੜੀ ਸਥਿਤੀਆਂ 'ਚ ਜਾ ਕੇ ਕਿਵੇਂ ਐਡਜਸਟ ਕਰਨਾ। ਉੱਥੇ ਆ ਗਿਆ ਨਾ ਕਿ ਮੈਂ ਜਿਹੜੀ ਆ ਈਗੋ ਆ ਉਹਨੂੰ ਪਹਿਲਾਂ ਤਾਂ ਤਿਆਗਣਾ ਪਊਗਾ। ਇੱਕ ਵਾਰੀ ਆਪਣੀ ਸਮਰਪਣ ਦੀ ਭਾਵਨਾ ਨਾਲ ਜਾਓ ਪਹਿਲਾਂ ਤਾਂ ਹਾਲਾਤ ਜਿਹੜੇ ਉਹ ਆਪਣੇ ਆਪ ਸੁਖਾਵੇਂ ਹੋਣੇ ਸ਼ੁਰੂ ਹੋ ਜਾਂਦੇ ਆ। ਜੇ ਤੁਸੀਂ ਇਹ ਲੈ ਕੇ ਚੱਲੋਗੇ ਕਿ ਮੈਂ ਉੱਥੇ ਜਾਣਾ ਆ ਤਾਂ ਸਾਰੇ ਮੈਨੂੰ ਐਡਜਸਟ ਕਰਨ, ਤਾਂ ਮੇ ਵੀ ਕਿ ਮੈਕਸੀਮਮ ਘਰਾਂ ਦੇ ਵਿੱਚ ਇਹ ਵਾਲਾ ਨਹੀਂ ਹੁੰਦਾ। ਮੈਂ ਨਹੀਂ ਕਹਿੰਦੀ ਹੁੰਦਾ, ਨਹੀਂ ਹੁੰਦਾ, ਪਰ ਤੁਹਾਡੀ ਸਹਿਣਸ਼ੀਲਤਾ ਕਿੰਨੀ ਕੁ, ਤੁਹਾਡੇ 'ਚ ਸਹਿਜਤਾ ਕਿੰਨੀ ਕੁ, ਤੁਸੀਂ ਉਹਨੂੰ ਕਿਵੇਂ ਲੈ ਕੇ ਤੁਰਦੇ ਹੋ, ਹੈ ਨਾ। ਜਿਵੇਂ ਅਸੀਂ ਬੈਠੇ ਪਹਿਲਾਂ ਇਹ ਸੋਚਣਾ ਕਿ ਕਿਸੇ ਤੋਂ ਮੰਗ ਕੇ ਲੈਣਾ ਪੈਸਾ ਤਾਂ ਬਹੁਤ ਔਖਾ ਆ, ਵੀ ਕਮਾਉਣਾ ਚਾਹੀਦਾ ਆ, ਕਿ ਹਸਬੈਂਡ ਤੋਂ ਤਾਂ ਮੰਗਿਆ ਨਹੀਂ ਜਾ ਸਕਦਾ। ਫਿਰ ਐਂ ਲੱਗਣਾ ਕਿ ਤੁਸੀਂ ਇੰਡੀਪੈਂਡੈਂਟ ਹੋ, ਕਿ ਬੰਦਾ 9 ਤੋਂ ਲੈ ਕੇ ਨਾ 5 ਵਜੇ ਤੱਕ ਜੋਬ 'ਤੇ ਹੋਣਾ ਚਾਹੀਦਾ ਆ, ਕਿ ਜੇ ਉਹ ਘਰ ਆ ਗਿਆ ਤਾਂ ਕਿਵੇਂ ਬਰਦਾਸ਼ਤ ਹੋਊਗਾ, ਹੈ ਨਾ। ਹੋਇਆ ਕਿ ਉਲਟ ਹੋ ਗਿਆ, ਤਾਂ ਟਾਈਮ ਨਾਲ ਘਰ ਆਉਣ ਲੱਗੇ। ਮੈਨੂੰ ਉਂਝ ਦਾ ਬਣਨ ਲੱਗ ਗਿਆ ਕਿ ਹੁਣ ਮੈਂ 4 ਵਜੇ ਤੱਕ ਆਪਣੇ ਆਪ ਨੂੰ ਕੰਟਰੋਲ 'ਚ ਰੱਖਦੀ ਹਾਂ। 4 ਵਜੇ ਤੋਂ ਬਾਅਦ ਫਿਰ ਮੈਨੂੰ ਆਪਣੇ ਆਪ 'ਤੇ ਕਾਹਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਇਹ ਘਰ ਨਹੀਂ ਆਉਂਦੇ। ਹੁਣ ਤਾਂ ਉਲਟ ਹੋ ਗਿਆ, ਉਹ ਉਲਟ ਹੋ ਗਿਆ। ਮਤਲਬ ਮੇਰੀ ਸੋਚ ਕਿਤੇ ਵੀ ਨਾ ਖੜੀ ਹੋਈ, ਬਿਲਕੁਲ, ਹੈ ਨਾ। ਕਿਉਂਕਿ ਹੁਣ ਮੈਂ ਪਹਿਲਾਂ ਆਉਣ ਲੱਗ ਗਿਆ। ਪਰ ਮੈਨੂੰ ਹੁਣ ਐਂ ਲੱਗਣ ਲੱਗ ਗਿਆ ਕਿ ਜਦੋਂ ਇੱਕ ਕੁੜੀ ਨੇ ਜਾਣਾ ਆ ਤਾਂ ਮਤਲਬ ਉਹਨੂੰ ਆਪਣੇ ਆਪ ਨੂੰ ਕਿਸੇ ਦੂਜੀ ਪਲੇਸ 'ਤੇ ਰੱਖ ਕੇ ਦੇਖਣਾ ਪਊਗਾ, ਆਪਣੀ ਛੱਡਣੀ ਪਊਗੀ। ਜਿਵੇਂ ਦੂਜੇ ਘਰ ਜਾ ਰਹੇ ਆ ਉਵੇਂ ਆਪਣੇ ਆਪ ਨੂੰ ਦੂਜੇ ਘਰ ਜਾਓ। ਲੱਗਦੀ ਹੁੰਦੀ ਹੈ ਇਹਦੇ 'ਚ ਕਿ ਕੁੜੀ ਵਸ ਤਾਂ ਸਕਦੀ ਹੈ ਜੇ ਉਹਦਾ ਹਸਬੈਂਡ ਉਹਦੇ ਨਾਲ ਖੜਾ ਨਹੀਂ ਹੈਗਾ, ਗਲਤ ਦੇ ਉੱਤੇ ਸਹੀ ਤੇ, ਗਲਤ ਤੇ ਨਹੀਂ, ਕਿਉਂਕਿ ਇੱਕੋ ਹੀ ਬੰਦਾ ਹੁੰਦਾ ਜਿਹੜਾ ਤੁਹਾਡਾ ਆਪਣਾ ਹੁੰਦਾ। ਤੁਸੀਂ ਮਾਂ ਵੀ ਗਵਾ ਲਓਗੇ। ਜਿਵੇਂ ਤੁਸੀਂ ਕਿਹਾ ਵੀ ਉਸ ਟਾਈਮ ਤੁਸੀਂ ਕਿਸੇ ਦੇ ਸਕੇ ਨਹੀਂ ਹੋਣੇ ਚਾਹੀਦੇ ਜਦੋਂ ਫੈਸਲਾ ਲੈਣਾ, ਹੈ ਨਾ। ਫਿਰ ਤੁਸੀਂ ਮਾਂ ਵੀ ਗਵਾ ਲਓਗੇ ਤੇ ਘਰ ਵਾਲੀ ਵੀ ਗਵਾ ਲਓਗੇ, ਕਿ ਕੁੜੀ ਦੀ, ਕਿਉਂਕਿ ਗੱਲ ਦੋਨਾਂ ਨੂੰ ਪਤਾ ਹੁੰਦਾ ਕੌਣ ਗਲਤ ਹੈ, ਪਤਾ ਦੋਨਾਂ ਨੂੰ ਹੀ ਹੁੰਦਾ। ਕਿਉਂਕਿ ਲੜਕੀ ਦੇ ਹਸਬੈਂਡ ਤੋਂ ਬਿਨਾਂ ਸਪੋਰਟ ਨਹੀਂ ਹੁੰਦੀ ਕੋਈ, ਉੱਥੇ ਉਹਦੀ ਕੋਈ ਸਪੋਰਟ ਨਹੀਂ, ਬਾਕੀ ਤਾਂ ਸਾਰੀ ਇੱਕ ਧਿਰ ਹੈ। ਉਹ ਇੱਕ ਧਿਰ ਵੱਡੀ ਹੈ ਜਿਹਦੇ 4 ਤਾਂ 5 2-3 ਮੈਂਬਰ ਤਾਂ ਹੁੰਦੇ ਹੀ ਨਾ, ਵੱਧ ਵੀ ਹੋ ਸਕਦੇ। ਉਹ ਇੱਕ ਧਿਰ ਹੈ, ਉਹ ਇੱਕ ਧਿਰ ਹੈ ਜਿਹਦੇ ਨਾਲ ਤੁਸੀਂ ਕਰਨਾ। ਤਾਂ ਮੇਰੀ ਧਿਰ ਬਹੁਤ ਜ਼ਬਰਦਸਤ ਸੀ। ਉਹ ਧਿਰ ਜਿਹੜੀ ਹੈਗਾ ਉਹ ਧਿਰ ਸਹੀ ਹੋਣੀ ਚਾਹੀਦੀ ਹੈ। ਮੈਂ ਕਿਹਾ ਮੇਰੀ ਧਿਰ ਬਹੁਤ ਜ਼ਬਰਦਸਤ ਸੀ, ਵਾਕਈ ਬਹੁਤ ਜ਼ਬਰਦਸਤ। ਉਹ ਮੈਨੂੰ ਲੱਗਦਾ ਹੈ ਕਿ ਇਹ ਵੀ ਨਹੀਂ ਹੈਗਾ ਕਿ ਮੈਂ ਚਲੋ ਆਪਾਂ ਨੂੰ ਇਸ ਤਰ੍ਹਾਂ ਕਹੀਏ ਲਗਾ ਕੇ, ਉਹ ਮੈਰਿਟ ਤੇ ਹੋਣੀ ਚਾਹੀਦੀ ਹੈ, ਧਿਰ ਮੈਰਿਟ ਤੇ ਹੋਣੀ ਚਾਹੀਦੀ ਬਸ। ਜੇ ਮੈਰਿਟ ਤੇ ਉਹ ਫਿਰ ਉਹ ਜਿਹੜੇ ਜਿਵੇਂ ਟੈਂਪਰੇਰੀ ਚੀਜ਼ਾਂ ਨੇ ਹੌਲੀ ਹੌਲੀ ਸੈਟਲ ਹੋ ਜਾਂਦੀਆਂ ਨੇ। ਤੁਹਾਡੇ ਭੈਣ ਭਰਾ ਸਾਰੇ ਉਹ ਸਮਝਣ ਲੱਗ ਜਾਂਦੇ ਹੌਲੀ ਹੌਲੀ ਗੱਲ ਨੂੰ। ਮੈਨੂੰ ਲੱਗਦਾ ਜਦੋਂ ਤੁਹਾਡੇ ਲਈ ਥੋੜਾ ਜਿਹਾ ਵੀ ਕੋਈ ਕੁਝ ਕਰਦਾ ਫਿਰ ਤੁਸੀਂ ਆਪਣੇ ਆਪ ਸਮਰਪਣ ਕਰ ਦਿੰਦੇ ਹੋ, ਹੈ ਨਾ, ਕਰਦਾ। ਕਿਉਂਕਿ ਉਹਨੂੰ ਤੁਸੀਂ ਪੋਜ਼ਿਟਿਵ ਲਓਗੇ ਨਾ, ਕਿ ਫੈਮਿਲੀ ਦੇ ਵਿੱਚ ਤੁਹਾਨੂੰ ਓਨਾ ਹੀ ਅਗਲਾ ਦੇ ਰਿਹਾ ਹੈ, ਉਹਦੇ 'ਤੇ ਰੱਖ ਰਿਹਾ ਆ ਕਿ ਮੇਰਾ ਫੈਮਿਲੀ ਦਾ ਮੈਂਬਰ ਆ ਗਿਆ ਤਾਂ ਹੁਣ ਇਹ ਮੇਰੀ ਫੈਮਿਲੀ ਦਾ ਮੈਂਬਰ ਆ, ਤਾਂ ਆਪਣੇ ਆਪ ਤੁਹਾਡੀ ਇਨਵੋਲਵਮੈਂਟ ਵੱਧਦੀ ਜਾਏਗੀ, ਤਾਂ ਤੁਸੀਂ ਉਸ ਚੀਜ਼ ਦਾ ਹਿੱਸਾ ਬਣ ਜਾਓਗੇ। ਹੋ ਸਕਦਾ ਕਿ ਮੈਂ ਅੱਜ ਜਿਸ ਸਥਿਤੀ 'ਚ ਆ ਉਹਦੇ ਨਾਲੋਂ ਇਹਨਾਂ ਦੀ ਮਦਰ ਇਹਨਾਂ ਨਾਲ ਨਾ ਗੱਲ ਜ਼ਿਆਦਾ ਕਰਦੇ ਹੁਣ ਮੇਰੇ ਨਾਲ ਕਰਦੇ ਹੋਣ। ਹੋ ਸਕਦਾ ਇਹਨਾਂ ਦੀ ਸਿਸਟਰ ਇਨ ਲਾਅ ਮੇਰੇ ਨਾਲ, ਮੇਰੀਆਂ ਸਿਸਟਰ ਇਨ ਲਾਅ ਮੇਰੇ ਨਾਲ ਜ਼ਿਆਦਾ ਗੱਲਾਂ ਕਰਦੀਆਂ, ਇਹਨਾਂ ਨਾਲ ਘੱਟ ਕਰਦੀਆਂ। ਔਰ ਸਮਾਂ ਪਾ ਕੇ ਹੁੰਦਾ ਹੀ ਹੈ, ਹੁੰਦਾ ਹੀ ਹੈ ਬਿਲਕੁਲ। ਬੰਦਾ ਜਿਹੜਾ ਨਾ ਉਹ ਬਾਈਪਾਸ ਹੋ ਜਾਂਦਾ, ਬਾਈਪਾਸ ਹੋ ਜਾਂਦਾ। ਕੋਈ ਨਵੀਂ ਚੀਜ਼ ਲਿਆਉਣੇ ਤੁਹਾਨੂੰ 4 ਦਿਨ ਉਹ ਵੀ ਉੱਪਰੀ ਲੱਗਦੀ ਹੈ, ਤੁਸੀਂ ਲੰਘੋਗੇ ਤੁਹਾਡਾ ਧਿਆਨ ਉਸ ਚੀਜ਼ ਤੇ ਜਾਏਗਾ ਨਾ, ਔਰ ਇੱਕ ਦਿਨ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਵੀ ਉਹ ਚੀਜ਼ ਕਿੱਥੇ ਆ। ਤਾਂ ਉਹਦੇ ਲਈ ਸਾਨੂੰ ਲੱਗਦਾ ਕਿ ਆਪਾਂ ਨੂੰ ਉਹਦੇ ਅਨੁਸਾਰ ਐਡਜਸਟ ਕਰਨਾ ਪਊਗਾ। ਉਡੀਕ ਵੀ ਚਾਹੀਦੀ ਹੈ, ਮੈਨੂੰ ਲੱਗਦਾ ਵਕਤ ਵੀ ਦੇਣਾ ਚਾਹੀਦਾ ਉਹਨਾਂ ਚੀਜ਼ਾਂ ਨੂੰ। ਵਕਤ ਲੱਗਦਾ ਵੀ ਔਰ ਦੇਣਾ ਵੀ ਪਏਗਾ ਤੁਹਾਨੂੰ। ਇਹ ਨਹੀਂ ਕਿ ਤੁਸੀਂ ਆਂਦੇ ਐਡਜਸਟ ਬਹੁਤ ਘੱਟ ਘਰ ਹੁੰਦੇ ਨੇ, ਕਿਉਂਕਿ ਉਹ ਵਾਲਾ ਪੀੜ੍ਹੀ ਹੁਣ ਆਊਗੀ ਜਿਹਦੇ 'ਚ ਮਤਲਬ ਅਸੀਂ ਚੱਲ ਰਹੇ ਹਾਂ।
ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਸਿਖਾਵਾਂ ਮਾਹੌਲ ਦਾਂਗੇ, ਕਿਉਂਕਿ ਅਸੀਂ ਘਰ ਦੇ ਮਾਹੌਲ ਨੂੰ ਬਣਾਇਆ ਇੰਝ ਦਾ ਹੈ। ਜਿਹੜੀ ਸਾਡੇ ਤੋਂ ਪਿੱਛੇ ਵਾਲੀ ਪੀੜ੍ਹੀ ਸੀ ਜਿਹਦੇ 'ਚ ਅਸੀਂ ਆਏ ਆ, ਉਹਦੇ 'ਚ ਵਕਤ ਦੇਣਾ ਪਿਆ, ਲੱਗਿਆ। ਉਹ 'ਚ ਪਾੜਾ ਬਹੁਤ ਵੱਡਾ ਸੀ, ਬਹੁਤ ਵੱਡਾ ਪਾੜਾ ਸੀ, ਹਨਾ। ਮਾਂ ਪਿਓ ਦਾ ਤੇ ਬੱਚਿਆਂ ਦਾ ਜਿਹੜਾ ਗੈਪ ਹੈ ਉਹ ਬਹੁਤ ਜ਼ਿਆਦਾ ਜਦੋਂ ਸੀ। ਇੱਕ ਪੀੜ੍ਹੀ ਬਿਲਕੁਲ ਅਨਪੜ੍ਹ ਤੋਂ ਪੜ੍ਹਨ ਵਾਲੇ ਪਾਸੇ ਜਾਂਦੀ ਹੈ, ਬਹੁਤ ਸਾਰੀਆਂ ਚੀਜ਼ਾਂ ਨੇ। ਹਾਲਾਂਕਿ ਮੈਂ ਫਿਰ ਤੁਹਾਨੂੰ ਕਹੂੰਗਾ ਅਸੀਂ ਇੰਨੇ ਲੱਕੀ ਰਹੇ ਕਿ ਸਾਡੇ ਬਜ਼ੁਰਗ ਅਨਪੜ੍ਹ ਹੋਣ ਦੇ ਜਾਣ ਸਾਨੂੰ ਪੜ੍ਹੇ ਲਿਖੇ ਤੋਂ ਵੱਧ ਚੀਜ਼ਾਂ ਸਿਖਾ ਗਏ। ਇੱਕ ਜੁਆਇੰਟ ਫੈਮਿਲੀ ਦੇ ਵਿੱਚ ਰਲ ਕੇ ਬਹਿਣ ਦਾ ਰੌਲਾ ਤਾਂ ਜ਼ਰੂਰ ਹੁੰਦਾ ਸੀ, ਫੈਮਿਲੀਜ਼ ਦੇ ਵਿੱਚ ਬੱਚਿਆਂ ਨਾਲ ਰਲ ਕੇ ਬਹਿਣ ਦਾ ਮਾਹੌਲ ਹੀ ਨਹੀਂ ਸੀ ਹੁੰਦਾ। ਜਿਵੇਂ ਆਹ ਗੱਲਾਂ ਹੁਣ ਅੱਜ ਆਪਾਂ ਟੇਬਲ ਮੈਨਰ ਦੀ ਗੱਲ ਕਰਦੇ ਹਾਂ, ਸਾਡੇ ਬਾਪੂ ਜੀ ਸਾਨੂੰ ਨਿੱਕੇ ਹੁੰਦੇ ਘੂਰ ਦਿੰਦੇ ਸੀ, ਖਾਣਾ ਖਾਂਦੇ ਬੋਲੀ ਤਾਂ ਨਹੀਂ ਹੁੰਦਾ, ਖਾਣਾ ਖਾਂਦੇ ਗੱਲ ਨਹੀਂ ਕਰੀਦਾ ਕਿਸੇ ਨਾਲ। ਮਤਲਬ ਕਿ ਉਹ ਚੀਜ਼ਾਂ ਹੁਣ ਪਤਾ ਲੱਗਦਾ, ਹੁਣ ਲੱਗਦੀਆਂ ਨੇ, ਅਹਿਸਾਸ ਹੁੰਦਾ ਹੌਲੀ ਹੌਲੀ ਕਰਕੇ ਕਿ ਕਿਉਂ ਸਾਨੂੰ ਇਹਨਾਂ ਆਦਤਾਂ ਤੋਂ ਹਟਾਇਆ ਜਾਂਦਾ ਸੀ, ਕਰਿਆ ਜਾਂਦਾ ਸੀ। ਮਤਲਬ ਪੀੜ੍ਹੀ ਪਾੜਾ ਹੁਣ ਥੋੜ੍ਹਾ ਘਟੂਗਾ। ਜਿਹਦੇ 'ਚ ਅਸੀਂ ਕਿਸੇ ਦੇ ਘਰ ਆਏ ਸੀ ਤਾਂ ਉਦੋਂ ਤੁਹਾਨੂੰ ਆਪਣਾ ਆਪ ਛੱਡਣਾ ਪਿਆ ਸੀ। ਜਾਂ ਮੈਂ ਤਾਂ ਪਤਾ ਨਹੀਂ ਲੋਕਾਂ ਨੂੰ ਸ਼ਾਇਦ ਇਹ ਗੱਲ ਪੁਰਾਣੀ ਲੱਗੇ, ਮੈਨੂੰ ਲੱਗਦਾ ਵੀ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਪਾਲਦੇ ਹੋ, ਤੁਸੀਂ ਇਹ ਨਾ ਸੋਚੋ ਕਿ ਅਸੀਂ ਆਪਣੇ ਬੱਚੇ ਪਾਲ ਰਹੇ ਹਾਂ ਨਾ, ਤੁਸੀਂ ਇਹ ਸੋਚੋ ਕਿ ਜੇ ਉਹ ਕੁੜੀ ਆ ਤਾਂ ਅਸੀਂ ਕਿਸੇ ਘਰ ਦੀ ਨੂੰਹ ਵੀ ਪਾਲ ਰਹੇ ਹਾਂ ਇਸ ਟਾਈਮ, ਜੇ ਉਹ ਪੁੱਤ ਆ ਤਾਂ ਅਸੀਂ ਮਤਲਬ ਇੱਕ ਨੂੰਹ ਲੈ ਕੇ ਆਣੀ ਆ, ਹੈ ਨਾ, ਜੇ ਕਿਸੇ ਘਰ ਦਾ ਜਵਾਈ ਅਸੀਂ ਪਾਲ ਰਹੇ ਹਾਂ, ਜਿਹਨੂੰ ਉਨੇ ਕੁ ਮੈਨਰਸ ਹੋਣੇ ਚਾਹੀਦੇ ਵੀ ਜਦੋਂ ਉਹ ਕਿਸੇ ਪਰਿਵਾਰ ਨਾਲ ਜੁੜਦਾ ਤਾਂ ਉਹ ਮਤਲਬ ਆਪਣੇ ਤੇ ਮਾਣ ਕਰਨ ਕਿ ਅਸੀਂ ਇੱਕ ਚੰਗੇ ਜੀਵ ਉਹ ਤੁਹਾਨੂੰ ਸਿਖਾਣੇ ਪੈਣਗੇ, ਤੁਹਾਨੂੰ ਸਿਖਾਣੇ ਪੈਣਗੇ, ਉਹ ਮਾਹੌਲ ਦੇਣਾ ਪਊਗਾ, ਹੈ ਨਾ। ਤਾਂ ਉਹ ਗੈਪ ਵੀ ਤਾਂ ਹੀ ਘਟੂਗਾ ਜਦੋਂ ਤੁਸੀਂ ਇਨਵੋਲਵ ਹੋਵੋਗੇ ਉਹਨਾਂ ਵਿੱਚ। ਜੇ ਤੁਸੀਂ ਇਹ ਕਹਤਾ ਵੀ ਬੱਚੇ ਆ, ਇਹਨਾਂ ਨੂੰ ਕੋਈ ਗੱਲ ਨਹੀਂ ਦੱਸਣੀ, ਇਹ ਬੱਚੇ ਆ ਇਹ ਉੱਧਰ ਬੈਠੇ ਰਹਿਣਗੇ, ਇਹ ਬੱਚੇ ਅਸੀਂ ਆਪਣੇ ਕਰੀ ਜਾਵਾਂਗੇ, ਜਿਵੇਂ ਆਪਾਂ ਕਹਿ ਰਹੇ ਹਾਂ ਵੀ ਆਪਾਂ ਹੁਣ ਕਹਿ ਦਈਏ ਵੀ ਆ ਟਿਊਸ਼ਨ ਤੇ ਤੋੜ ਛੱਡੇ, ਆ ਗੇਮਸ ਤੇ ਤੋੜ ਛੱਡੇ, ਜਾਂ ਬਾਹਰ ਖੇਡਣ ਤੋੜ ਛੱਡੇ। ਕਿ ਜਿਵੇਂ ਆਪਣਾ ਸਾਰਿਆਂ ਦੇ ਭੈਣ ਭਰਾ ਹੁੰਦੇ ਨੇ, ਜਦੋਂ ਆਪਾਂ ਲੜਕੀ ਨੂੰ ਵਿਆਹ ਦਿੰਦੇ ਹਾਂ, ਜੇ ਉਹਦੇ ਪਿੱਛੋਂ ਦਖਲ ਅੰਦਾਜ਼ੀ ਹੋ ਜਾਂਦੀ ਹੈ ਨਾ ਬਹੁਤ ਜ਼ਿਆਦਾ, ਕਈ ਵਾਰੀ ਉਹ ਵੀ ਖਰਾਬ ਕਰਦੀ ਹੈ। ਜਾਂ ਜੇ ਲੜਕੀ ਪਿੱਛੇ ਕਰਨ ਲੱਗ ਜੇ ਜਾ ਕੇ ਪਰਿਵਾਰ 'ਚ, ਫਿਰ ਵੀ ਹੋ ਜਾਂਦੀ ਹੈ। ਫਿਰ ਉਹ ਕੀ ਹੁੰਦਾ ਕਿ ਉਹ ਨਾ ਪਿਛਲਾ ਛੱਡਦੀ ਹੈ ਨਾ ਅਗਲੇ ਨੂੰ ਔਨ ਕਰਦੀ ਹੈ। ਤੁਹਾਨੂੰ ਮੋਹ ਤਿਆਗਣਾ ਪਊਗਾ, ਇੱਕ ਪਾਸੇ ਦਾ ਛੱਡਣਾ ਪਏਗਾ ਕਿ ਹੁਣ ਮੈਂ ਇੱਥੇ ਮੈਂਬਰ ਹਾਂ। ਜੇ ਤੁਸੀਂ ਉੱਥੇ ਵੀ ਦਾਖਲ ਕਰੋਗੇ ਉੱਥੇ ਵੀ ਜਾਓਗੇ, ਜੇ ਤੁਸੀਂ ਉੱਥੋਂ ਦੀਆਂ ਗੱਲਾਂ ਉੱਧਰ ਉਹ ਫਿਰ ਪਰਿਵਾਰ ਸਾਰੇ ਹੀ ਬਿਕਰਿੰਗ ਹੋ ਜਾਏਗੀ। ਫਿਰ ਤੁਸੀਂ ਵੀ ਮੈਨੂੰ ਲੱਗਦਾ ਫਿਰ ਆਪਣੇ ਆਪ ਨੂੰ ਇੱਕ ਜਗ੍ਹਾ ਤੇ ਸਹੀ ਨਹੀਂ ਦੇਖ ਸਕਦੇ, ਹੈ ਨਾ। ਬਿਲਕੁਲ ਅਸੀਂ ਤਾਂ ਛੱਡ ਦਿੱਤਾ। ਮੈਨੂੰ ਲੱਗਦਾ ਤੁਸੀਂ ਛੱਡਤਾ ਤਾਂ ਹੀ ਅਸੀਂ ਅੱਜ ਤੁਹਾਡੇ ਕੋਲ ਗੈਸਟ ਦੀ ਤਰ੍ਹਾਂ ਫਿਰ ਤੁਸੀਂ ਜਾਓ ਤੇ ਫਿਰ ਗੈਸਟ ਦੀ ਤਰ੍ਹਾਂ ਆਓ। ਫਿਰ ਤੁਹਾਨੂੰ ਜੇ ਖੁਸ਼ੀ ਤੁਹਾਨੂੰ ਓਨ ਕਰ ਰਹੇ ਆ ਤਾਂ ਮੇਰਾ ਖਿਆਲ ਹੈ ਕਿ ਤੁਹਾਡੇ ਲਈ ਉਹੀ ਬਹੁਤ ਵੱਡਾ ਕੰਮ ਆ, ਹੈ ਨਾ। ਜੇ ਤੁਸੀਂ ਕਰਦੇ ਰਹੋਗੇ ਫਿਰ ਨਹੀਂ। ਸ਼ੁਕਰੀਆ। ਤਾਂ ਉਹਦੇ ਲਈ ਮਤਲਬ ਇਹੀ ਤਜਰਬੇ ਹੁੰਦੇ ਨੇ। ਮੈਨੂੰ ਲੱਗਦਾ ਕਿਸੇ ਦਾ ਤਜਰਬਾ ਦੇਖੋ, ਚਾਹੇ ਕਿਸੇ ਦੇ ਇਹ ਨਹੀਂ ਹੈਗਾ ਕਿ ਉਹ ਪੂਰੀ ਤਰ੍ਹਾਂ ਆਪਣੀ ਜ਼ਿੰਦਗੀ 'ਚ ਅਪਲਾਈ ਕਰ ਲਓ, ਹੈ ਨਾ, ਪਰ ਥੋੜਾ ਨਹੀਂ। ਦੂਜਾ ਇਹ ਵੀ ਹੈ ਨਾ, ਹੁਣ ਮੈਂ ਕਹਿ ਰਹੀ ਹਾਂ ਵੀ ਆਪਾਂ ਨੇ ਵਿਆਹ ਵੀ ਕਰਾਇਆ, ਜੇ ਆਪਾਂ ਇੱਕ ਦੂਜੇ ਨਾਲ ਦਿਲ ਦੀ ਗੱਲ ਵੀ ਨਾ ਕਰ ਸਕੇ ਫਿਰ ਕਰਾਇਆ ਕਿਉਂ, ਹੈ ਨਾ। ਹੁਣ ਅਹਿਸਾਸ ਤਾਂ ਹੈ ਕਿ ਕਰਾਇਆ, ਮੈਂ ਦੁਖੀ ਹਾਂ, ਮੈਂ ਬਹੁਤ ਬੋਝ 'ਚ ਹਾਂ, ਮੈਂ ਦੱਸ ਰਹੀ ਹਾਂ, ਮੈਂ ਕਿੰਨੀ ਰਿਲੈਕਸ ਹੋ ਜਾਂਦੀ ਹਾਂ ਵੀ ਹਾਂ ਮੈਂ ਕਿਸੇ ਨੂੰ ਦੱਸ ਦਿੱਤੀ। ਉਹ ਸੁਣਨ ਵਾਲਾ ਬਹੁਤ ਜ਼ਰੂਰੀ ਹੈ ਕਿ ਹੋਣਾ ਚਾਹੀਦਾ। ਨਹੀਂ, ਮੈਨੂੰ ਮਤਲਬ ਖੁਸ਼ੀ ਹੁੰਦੀ ਹੈ ਜਦੋਂ ਅਖੀਰ ਤੇ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਵੀ ਇਹਨਾਂ ਨੇ ਮੇਰੇ ਲਈ ਬਹੁਤ ਕੁਝ ਕੀਤਾ ਤੇ ਮੈਂ ਇਹਨਾਂ ਲਈ ਕੀਤਾ ਨਾ। ਤੇ ਰਿਸ਼ਤਾ ਐਵੇਂ ਹੀ ਹੋਣਾ ਚਾਹੀਦਾ। ਤੁਸੀਂ ਆਪਣੀ ਜਗ੍ਹਾ ਜਿਹੜੀ ਉਹ ਠੋਸ ਬਣਾ ਕੇ ਨਹੀਂ ਰਿਸ਼ਤੇ ਨੂੰ ਨਿਭਾ ਸਕਦੇ, ਹੈ ਨਾ। ਪਹਾੜ ਦੇ ਅੱਗੇ ਆਪਾਂ ਕਿੰਨੀ ਕੁ ਦੇਰ ਤੱਕ ਕਰਾਂਗੇ, ਤੋੜਨਾ ਤਾਂ ਪਊਗਾ ਹੀ ਰਸਤਾ ਬਣਾਉਣ ਲਈ। ਬਿਲਕੁਲ, ਤਾਂ ਬਣ ਜਾਂਦਾ। ਸ਼ੁਕਰੀਆ, ਤੁਸੀਂ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ ਤੇ ਥੈਂਕ ਯੂ। ਵਾਰ-ਵਾਰ ਤੇਰਾ ਵੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮੈਮ ਕਿ ਤੁਹਾਡੇ ਰਾਹ ਲੱਭਿਆ। ਬਿਲਕੁਲ ਹੈ ਨਾ। ਆਪਣੀ ਜ਼ਿੰਦਗੀ ਦੀ ਸਾਰੀ ਕਹਾਣੀ ਉਹਨਾਂ ਨੇ ਤੁਹਾਨੂੰ ਸੁਣਾਈ। ਬਹੁਤ ਚੀਜ਼ਾਂ ਨੇ ਜਿਹੜੀਆਂ ਵਕਤ ਦੇ ਮੁਤਾਬਕ ਛੁੱਟ ਵੀ ਜਾਂਦੀਆਂ ਨੇ, ਪਰ ਮੈਨੂੰ ਲੱਗਦਾ ਕਿ ਚੋਣਵੀਆਂ ਜਿਹੀਆਂ ਚੀਜ਼ਾਂ ਤੁਹਾਨੂੰ ਚੁਣ ਲੈਣੀਆਂ ਚਾਹੀਦੀਆਂ ਨੇ। ਇਸ ਕਹਾਣੀ 'ਚੋਂ ਤੁਹਾਨੂੰ ਚੁਣ ਲੈਣਾ ਚਾਹੀਦਾ ਹੈ ਕਿ ਪਤੀ ਤੇ ਪਤਨੀ ਦਾ ਰਿਸ਼ਤਾ ਇੱਕ ਦੂਜੇ ਦੇ ਸਾਥ ਨਾਲ ਨਿਭ ਸਕਦਾ, ਹੈ ਨਾ। ਅਤੇ ਉਹ ਸਾਥ ਇੱਦਾਂ ਦਾ ਹੀ ਹੁੰਦਾ ਜਦੋਂ ਅਸੀਂ ਖੁਸ਼ੀ ਅਤੇ ਗਮੀ ਦੋਨਾਂ 'ਚ ਸਾਥ ਨਿਭਾਉਂਦੇ ਹਾਂ। ਤਾਂ ਸਰ ਨੇ ਇੱਕ ਬੜੀ ਖੂਬਸੂਰਤ ਜਿਹੀ ਗੱਲ ਕਹੀ ਕਿ ਜਦੋਂ ਧਿਰ ਮਜ਼ਬੂਤ ਹੁੰਦੀ ਹੈ ਨਾ, ਤਾਂ ਪਤਨੀ ਆਪਣੇ ਆਪ ਐਡਜਸਟ ਕਰ ਲੈਂਦੀ ਹੈ ਅਤੇ ਉਹ ਧਿਰ ਉਸ ਘਰ 'ਚ ਉਹਦਾ ਪਤੀ ਹੀ ਹੁੰਦਾ, ਕਿਉਂਕਿ ਇੱਕ ਬੇਗਾਨੇ ਮਾਹੌਲ 'ਚ ਆਉਣਾ ਅਤੇ ਫਿਰ ਉੱਥੇ ਐਡਜਸਟ ਕਰਨਾ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੁੜੀ ਲਈ ਵਕਤ ਲੈਂਦੀਆਂ ਨੇ ਅਤੇ ਉਹਨੂੰ ਇਹ ਵਕਤ ਦੇਣਾ ਵੀ ਸਾਨੂੰ ਚਾਹੀਦਾ। ਬਾਕੀ ਇਹ ਹੈ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਤੁਸੀਂ ਇਸ ਰਿਸ਼ਤੇ ਨੂੰ ਚੁਣ ਲਿਆ, ਇਸ ਰਸਤੇ ਨੂੰ ਤੁਸੀਂ ਚੁਣਿਆ ਕਿ ਹਾਂ ਮੈਂ ਵਿਆਹ ਕਰਾਉਣਾ, ਤਾਂ ਫਿਰ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਹਿਲੀ ਉਮਰ ਦੀਆਂ ਛੱਡਣੀਆਂ ਵੀ ਚਾਹੀਦੀਆਂ ਨੇ, ਜ਼ਿੰਮੇਵਾਰੀਆਂ ਨੂੰ ਨਿਭਾਉਣਾ ਵੀ ਚਾਹੀਦਾ, ਅਤੇ ਫਿਰ ਇਹ ਰਿਸ਼ਤਾ ਬਹੁਤ ਖੂਬਸੂਰਤ ਲੰਘਦਾ ਹੈ ਅਤੇ 30-35 ਸਾਲ 40 ਸਾਲ 50 ਸਾਲ ਦਾ ਅਰਸਾ ਜਿਹੜਾ ਤੁਹਾਨੂੰ ਯਾਦ ਨਹੀਂ ਰਹਿੰਦਾ। ਅਤੇ ਉਮੀਦ ਹੈ ਕਿ ਤੁਸੀਂ ਵੀ ਇਹੀ ਚੀਜ਼ਾਂ ਇਸ ਚੀਜ਼ ਤੋਂ ਸਿੱਖੋ ਅਤੇ
ਬਹੁਤ ਸਾਰੇ ਲੋਕ ਕਹਿ ਦਿੰਦੇ ਨੇ ਕਿ ਅਸੀਂ ਹਮੇਸ਼ਾ ਵੱਡਿਆਂ ਘਰਾਂ ਦੇ ਮੁਹੱਬਤਨਾਮੇ ਕਰਦੇ ਹਾਂ। ਕਹਾਣੀਆਂ ਛੋਟਿਆਂ ਘਰਾਂ 'ਚ ਇੱਥੋਂ ਤੱਕ ਕਿ ਕੱਚਿਆਂ ਘਰਾਂ 'ਚ ਵੀ ਖੂਬਸੂਰਤ ਹੁੰਦੀਆਂ ਨੇ। ਤੁਸੀਂ ਉਹਨਾਂ ਬਾਰੇ ਸਾਨੂੰ ਲਿਖ ਕੇ ਭੇਜੋ ਤਾਂ ਅਸੀਂ ਯਕੀਨਨ ਅਗਲੀ ਵਾਰ ਤੁਹਾਡੀਆਂ ਬਰੂਹਾਂ 'ਤੇ ਹੋਵਾਂਗੇ। ਤਦ ਤੱਕ ਲਈ ਆਪਾਂ ਇਹਨਾਂ ਨੂੰ ਅਲਵਿਦਾ ਕਹਿੰਦੇ ਹਾਂ। ਫਿਰ ਤੋਂ ਇੱਕ ਨਵੇਂ ਜੋੜੇ ਨਾਲ ਮਿਲਾਂਗੇ। ਸਤਿ ਸ਼੍ਰੀ ਅਕਾਲ।